वाहिगुरु जी का खालसा वाहिगुरु जी की फतेह। जुगो जुग अटल चवर छत्र तख्तां दे मालक गुरता गद्दी ते सुभाईमान पातशाह साहिब श्री गुरु ग्रंथ साहिब जियां दी पावन गोद विच बड़ी ही श्रद्धा नाल आप जी जुड़ बैठे हो। सतगुरां दी किरपा दे नाल ये पावन घड़ियां प्राप्त होईयां ने। आओ इन्हां नूं सफलियां बनाइए। गुरु पातशाह जी दे पावन चोजां दे विचों आप जी ने सरवण कीता सी। गुरु नानक साहब सच्चे पातशाह जी दी वड्डे भैन जी बेबे नानकी जियां ने अपनी मासी नूं बड़े अदब दे नाल अपने भरा दे भराता दे भेद दसे ने। एवें उन्हां नूं संसारी मनुख ना जानो, वो आप परिपूर्ण परमात्मा हन, बड़े गहरे ते गुझे ने। अपने सपुत्री नूं समझा दिओ भी उन्हां नूं परखण ना। जे वो परखण ते आउणगे ते कदे भी पार नहीं होना। श्रद्धा दे नाल आओ भगत करन। एक वक्त आएगा गुरु नानक साहब सच्चे पातशाह जी घर आउण लग पैणगे। मां चंदू रानी ने अपनी पुत्री सुलखनी नूं जाके सारियां गल्लां बड़े अदब नाल समझाइयां। खुशी खुशी अपने पिंड नूं विदा होई। इधर गुरु नानक साहब सच्चे पातशाह मोदी खाने ते हर रोज की तरह दान दे भंडार लाउंदे ने। एक दिन रब सुबबी घरे आ गए। भैन नानकी ने जदों अपने वीर नूं वेखिया बड़ा चाह चढ़ गया। खुशी का ठिकाना ही कोई नहीं। सोने पलंगे ते सतगुरां नूं बिठाया है। प्रेम दे वचन करदे आखण लगे भराता जी अखां तरस गईयां वेखण। सतगुर कहंदे भैन जी असीं तुहाडे दास हां, सेवक हां। तुसीं साडे नालों वड्डे हो। जद भी तुहाडा चित करदा सानूं मिलण नूं हिरदे तो आवाज़ मारिया करो, जरूर आवांगे। इत्थों तक आप जी ने पवित्र पावन कथा नूं सरवण करके आनंद माणिया। आओ कुछ समा मन चित वृत्तियां नूं एकाग्र चित बनाइए। प्रेम दी पाओ सांझ, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। भगनी बच बोलत आनन सो, असगाठ कथो अनजानन सो। जिस वेले परमेश्वर प्यारे गुरु नानक साहिब जी रब सबबी भैन जी दे घर आए ने। तुलसा नासी ने पलंगा डाया। भैन नानकी कोल बैठे ने। बड़े अदब अदाब दे वचन होए। थोड़ी देर बाद सतगुरां दे प्यारे बोलां नूं सुन के बेबे नानकी जी आखण लगे सच्चे पातशाह मैं अनजान नहीं हां तुहाडे भेदां।
ਮੈਨੂੰ ਪਤਾ ਹੈ ਤੁਸੀਂ ਕਰਤਾ ਪੁਰਖ ਸੁਆਮੀ ਪਰਮੇਸ਼ਵਰ ਹੋ। ਮੈਂ ਤੇ ਬਚਪਨ ਤੋਂ ਹੀ ਪਛਾਣ ਲਿਆ ਸੀ। ਇਹ ਬਚਨ ਬੜੇ ਰਹੱਸਮਈ ਨੇ। ਕਦੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਬਾਰੇ ਕਿਸੇ ਦੇ ਸਾਹਮਣੇ ਇਦਾਂ ਨਹੀਂ ਸੁਣਿਆ। ਕਹਿ ਲਓ ਸੀਕ੍ਰੇਟ ਗੱਲਾਂ ਨੇ, ਸੀਕ੍ਰੇਟ ਪੁਆਇੰਟ। ਭੈਣ ਨਾਨਕੀ ਜੀ ਆਖਣ ਲੱਗੇ ਸਤਿਗੁਰੂ ਆਪਣੀ ਰਸਨਾ ਤੋਂ ਇਹ ਨਾ ਆਖੋ ਵੀ ਅਸੀਂ ਤੁਹਾਡੇ ਸੇਵਕਾਂ ਦਾ ਆਸਾਂ। ਇਹ ਤੁਹਾਡੇ ਮੁਖ ਤੋਂ ਸ਼ੋਭਾ ਨਹੀਂ ਦਿੰਦਾ। ਇਹ ਗੱਲਾਂ ਤਾਂ ਚੰਗੀਆਂ ਲੱਗਣ ਜੇ ਅਸੀਂ ਤੁਹਾਡੇ ਬਾਰੇ ਨਾ ਜਾਣਦੇ ਹੋਈਏ, ਅਸੀਂ ਅਣਜਾਣ ਹੋਈਏ ਨਾ ਵੀ ਤੁਸੀਂ ਕੌਣ ਹੋ। ਸ਼ਾਇਦ ਤੁਹਾਡੇ ਰਸਨਾ ਤੋਂ ਸੁਣ ਕੇ ਸਾਨੂੰ ਚੰਗਾ ਲੱਗਦਾ, ਪਰ ਅਸੀਂ ਤੇ ਤੁਹਾਡੇ ਭੇਦਾਂ ਨੂੰ ਜਾਣਦੇ ਹਾਂ। ਸਾਨੂੰ ਤੇ ਪਤਾ ਹੈ ਸ੍ਰਿਸ਼ਟੀ ਨੂੰ ਸਾਜਣਹਾਰ ਤੁਸੀਂ ਆਪ ਹੀ ਹੋ। ਭਵ ਤਾਰਨ ਕੋ ਪਵਲੀਨ ਤੁਮੇ, ਭਵਦਾਇਕ ਨਾ ਪਰਮਾਓ ਹਮੇ। ਪਾਤਸ਼ਾਹ ਸਾਨੂੰ ਪਰਮਾਓ ਨਾ। ਇਹੋ ਜੀਆਂ ਗੱਲਾਂ ਕਰਕੇ ਏਦਾਂ ਦੇ ਬਚਨ ਕਹਿ ਕੇ ਸਾਨੂੰ ਸੰਸਾਰ ਵਿੱਚ ਉਲਝਾਓ ਨਾ। ਅਸੀਂ ਜਾਣਦੇ ਹਾਂ ਤੁਸੀਂ ਇੱਥੇ ਦੇ ਅਵਤਾਰ ਧਾਰਨ ਕੀਤਾ ਕਲਯੁਗ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ। ਵਰਨਾ ਰੱਬ ਨੂੰ ਜਨਮ ਲੈਣ ਦੀ ਕੋਈ ਲੋੜ ਨਹੀਂ, ਪਰਮਾਤਮਾ ਨੂੰ ਮਨੁੱਖਾ ਸਰੀਰ ਵਿੱਚ ਆਉਣ ਦੀ ਕੋਈ ਲੋੜ ਨਹੀਂ ਸੀ। ਇਹਦਾ ਕਾਰਨ ਸੀ ਜਿਸ ਵੇਲੇ ਲੱਖਾਂ ਦੇਵੀ ਦੇਵਤੇ ਧਰਤੀ ਤੇ ਆਏ, ਕਿਸੇ ਤੋਂ ਰੱਬ ਦੀ ਗੱਲ ਨਾ ਹੋਈ, ਸਭ ਨੇ ਆਪੋ ਆਪਣੇ ਕਰਮ ਤੇ ਧਰਮ ਚਲਾ ਲਏ। ਮਹਾਰਾਜ ਤੁਹਾਨੂੰ ਤਾਂ ਆਉਣਾ ਪਿਆ। ਇਹ ਭਵ ਸਾਗਰ ਦਾ ਬੇੜਾ ਬੰਨਾ ਤੁਸੀਂ ਆਪ ਪਾਰ ਲਾਉਣਾ, ਪਰ ਕਿਰਪਾ ਕਰਿਓ ਸਾਨੂੰ ਜੇ ਤੁਹਾਡੇ ਬਾਰੇ ਮਾੜਾ ਮੋਟਾ ਪਤਾ ਹੈ ਕੋਈ ਖੇਡ ਵਰਤਾ ਕੇ ਪਰਦਾ ਹੀ ਨਾ ਪਾ ਦਿਓ। ਭਰਮਾਓ ਨਾ ਸਾਨੂੰ। ਹੁਣ ਅਸੀਂ ਭਰਮਣਾ ਨਹੀਂ, ਪਛਾਣਦੇ ਆ ਕੌਣ ਹੋ ਤੁਸੀਂ, ਕਿਉਂ ਇਸ ਦੁਨੀਆ ਤੇ ਆਏ ਹੋ। ਦੋਹਰ ਇਹ ਬਿਦ ਕੀ ਸੁਧ ਤੁਮਹਿ ਕੋ, ਜਾਨਹੁ ਸਭ ਵਿਚਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਹੱਥ ਜੋੜ ਕੇ ਕਹਿਣ ਲੱਗੇ ਭੈਣ ਜੀ ਇਹ ਸਾਨੂੰ ਵੀ ਪਤਾ ਹੈ ਵੀ ਤੁਸੀਂ ਸਾਨੂੰ ਜਾਣਦੇ ਹੋ। ਜਾਣਨ ਤੋਂ ਭਾਵ ਕੀ ਹੈ ਵੀ ਤੁਹਾਨੂੰ ਸਾਡੇ ਭੇਦਾਂ ਦਾ ਪਤਾ ਹੈ। ਅਸੀਂ ਇਸੇ ਕਰਕੇ ਕਦੇ ਵੀ ਤੁਹਾਨੂੰ ਕੁਝ ਮਨਾ ਨਹੀਂ ਕੀਤਾ, ਕਦੇ ਵੀ ਤੁਹਾਨੂੰ ਅਸੀਂ ਝਿੜਕਿਆ ਨਹੀਂ, ਕੁਝ ਬੋਲਿਆ ਨਹੀਂ, ਕਿਉਂਕਿ ਰੱਬ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦਾ ਹੈ। ਗੁਰਬਾਣੀ ਵਿੱਚ ਅਨੇਕਾਂ ਪ੍ਰਮਾਣ ਸਤਿਗੁਰਾਂ ਨੇ ਬਖਸ਼ੇ ਹੋਏ ਨੇ। ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਜੇ ਰੱਬ ਪਿਆਰ ਕਰਦਾ ਆਪਣੇ ਪਿਆਰਿਆਂ ਨੂੰ ਕਰਦਾ ਹੈ, ਆਪਣੇ ਭਗਤਾਂ ਨੂੰ ਕਰਦਾ ਹੈ, ਕਰਦਾ ਵੀ ਬੇਹੱਦ ਹੈ। ਉਹ ਭਗਤ ਭਾਵੇਂ ਔਰਤ ਹੋਵੇ ਭਾਵੇਂ ਮਰਦ ਹੋਵੇ, ਭਗਤ ਭਗਤ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ ਭੈਣ ਜੀ ਤੁਸੀਂ ਸਾਡੇ ਭੇਦਾਂ ਨੂੰ ਜਾਣਦੇ ਹੋ, ਅਸੀਂ ਇਸ ਚੀਜ਼ ਨੂੰ ਜਾਣਦੇ ਹਾਂ। ਅੱਜ ਖੁੱਲ੍ਹ ਕੇ ਗੱਲਾਂ ਹੋ ਰਹੀਆਂ ਨੇ। ਅੱਜ ਤੋਂ ਪਹਿਲਾਂ ਕਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਅਵਸਥਾ ਬਾਰੇ ਆਪਣੀ ਭੈਣ ਜੀ ਨਾਲ ਜ਼ਿਕਰ ਨਹੀਂ ਕੀਤਾ। ਬੇਸ਼ੱਕ ਉਹ ਰੱਬ ਮੰਨਦੇ ਆ, ਇੱਕ ਪਰਦਾ ਹੀ ਸੀ, ਫਿਰ ਵੀ ਉਹ ਉਲਝਾ ਕੇ ਰੱਖਦੇ ਸੀ ਵੀ ਸਾਨੂੰ ਰੱਬ ਨਾ ਕੋਈ ਜਾਣੇ। ਅੱਜ ਖੁੱਲ੍ਹ ਕੇ ਆਖਣ ਲੱਗੇ ਤੁਸੀਂ ਸਾਡੇ ਭੇਦਾਂ ਨੂੰ ਜਾਣ ਚੁੱਕੇ ਹੋ, ਪਹਿਚਾਣ ਚੁੱਕੇ ਹੋ। ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ ਤੇ ਕਿੱਥੇ ਜਾਣਾ ਹੈ, ਇਸ ਬਾਰੇ ਭੈਣ ਜੀ ਤੁਹਾਨੂੰ ਸਭ ਕੁਝ ਪਤਾ ਹੈ। ਇੱਕ ਬੇਬੇ ਨਾਨਕੀ ਹੈ ਜਿਹਨੂੰ ਇਹ ਵੀ ਪਤਾ ਹੈ ਮੇਰੇ ਵੀਰ ਨੇ ਕਿੱਥੇ ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ, ਕਿਵੇਂ ਜਾਣਾ ਹੈ। ਜੇ ਉਹਨਾਂ ਨੂੰ ਧਰਤੀ ਤੇ ਆਉਣ ਦਾ ਮਕਸਦ ਪਤਾ ਸਾਰਾ ਕੁਝ ਹੈ। ਮਹਾਰਾਜ ਹੱਥ ਜੋੜ ਕੇ ਕਹਿੰਦੇ ਭੈਣ ਜੀ ਪਰਦਾ ਰੱਖਿਓ, ਬੇਨਤੀ ਹੈ। ਕਿਉਂਕਿ ਕਈ ਵਾਰ ਇਨਸਾਨ ਭਾਵੁਕ ਹੋ ਕੇ ਉਹ ਕੁਝ ਵੀ ਦੱਸ ਜਾਂਦਾ ਹੈ ਜੋ ਕੁਝ ਦੱਸਣਾ ਨਹੀਂ ਚਾਹੀਦਾ। ਹੱਥ ਜੋੜ ਸਤਿਗੁਰ ਕਹਿੰਦੇ ਭੈਣ ਜੀ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਸਾਨੂੰ ਪਛਾਣਦੇ ਹੋ। ਕਰਨਾ ਹੈ ਕਰਤਾਰ ਕੀ ਤੋ ਪਰ ਸੁਸਾ ਅਪਾਰ। ਭੈਣੇ ਮੇਰੀਏ ਤੇਰੇ ਤੇ ਉਸ ਰੱਬ ਪਰਮਾਤਮਾ ਵਾਹਿਗੁਰੂ ਦੀ ਬੇਅੰਤ ਕਿਰਪਾ ਹੈ, ਕਿਉਂਕਿ ਤੁਸੀਂ ਉਸ ਕਰਤੇ ਪੁਰਖ ਪਰਮਾਤਮਾ ਨੂੰ ਪਛਾਣਿਆ ਹੈ। ਆਖੋ ਸਤਿਨਾਮ। ਇਹ ਫਿਰ ਵੀ ਨਹੀਂ ਕਿਹਾ ਵੀ ਮੈਨੂੰ ਪਛਾਣ ਲਿਆ। ਕਰਤੇ ਦੀ ਗੱਲ ਚੱਲਦੀ ਹੈ, ਅਕਾਲ ਪੁਰਖ ਦੀ ਚੱਲਦੀ ਹੈ। ਇਹ ਸੰਦਰਭ ਸੀ ਜਿਸ ਸੰਦਰਭ ਵਿੱਚ ਸੱਚੇ ਪਾਤਸ਼ਾਹ ਬੋਲ ਰਹੇ ਨੇ। ਭੈਣ ਨਾਨਕੀ ਉਸ ਸੰਦਰਭ ਨੂੰ ਜਾਣਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਇਹ ਬਿਨਾਂ ਕਿਰਪਾ ਤੋਂ ਨਹੀਂ ਹੁੰਦਾ।
बिना भागां तो ऐसा प्राप्त नहीं होता। गुरु की गत कौन जान सकता है? कोई संसार ते जम्मिया जो गुरु की परमेश्वर की गत नूं जानदा होवे? बाणी ने स्पष्ट लिखिया है, हर की गत में है को जाने, जोगी जति तपी पच हारे, अर बहु लोग सियाने। बड़े बड़े सियाने लोग, जोगी जति तपस्वी तपीसर, कहते सारे थक गए पर रब नूं नहीं पहचान सकिया। ਉਹਦੀ पहचान करनी भी औखी है। रब नूं जान लेना ते बहुत दूर दी गल है, दूर दी गल है। रब नूं पछाणना, ਉਹਦੇ ਭੇਦਾਂ ਨੂੰ ਪਛਾਣਨਾ, ਉਹਦੇ ਗੁਣਾਂ ਨੂੰ ਪਛਾਣਨਾ, ਇਹ ਹਰ ਇੱਕ ਦੇ ਵੱਸ ਦਾ ਕੰਮ ਨਹੀਂ। ਕੌਣ ਕੌਣ ਜਾਣਦਾ? ਕੂਟਨ ਮੈਂ ਨਾਨਕ ਕੋ ਨਾਰਾਇਣ ਦੇ ਜੀਤ। ਸਤਿਗੁਰ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਭਾਈ ਜਿਹਦੀ ਰੱਬ ਨਾਲ ਸੱਚੀ ਪ੍ਰੀਤ ਹੈ, ਜਿਹਦੀ ਅੰਦਰੋਂ ਜੁੜੀ ਹੋਈ, ਅੰਦਰੋਂ ਲੱਗੀ ਹੋਈ ਹੈ। ਤੇ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਨ ਭਗਤ ਹਨ, ਭਗਤੀ ਕਰਨ ਵਾਲੇ ਨੇ। ਇਸੇ ਕਰਕੇ ਉਹ ਵਾਰ-ਵਾਰ ਹਰ ਗੱਲ 'ਚ ਕਹਿੰਦੇ ਸੀ, ਮੈਂ ਆਪਣੇ ਵੀਰ ਨੂੰ ਵੀਰ ਨਹੀਂ ਜਾਣਦੀ, ਮੈਂ ਆਪਣੇ ਵੀਰ ਨੂੰ ਰੱਬ ਮੰਨਦੀ ਹਾਂ। ਕੱਲਾ ਰੱਬ ਮੰਨਣਾ ਨਹੀਂ, ਰੱਬ ਨੂੰ ਜਾਣਿਆ ਵੀ ਹੈ ਤੇ ਪਹਿਚਾਣਿਆ ਵੀ। ਤੇ ਅੱਜ ਉਹ ਰੱਬ ਪਿਆਰਾ ਆਖਦਾ ਹੈ, ਭੈਣ ਜੀਓ ਤੁਸੀਂ ਉਸ ਕਰਤਾਰ ਕਰਤੇ ਵਾਹਿਗੁਰੂ ਦਾ ਸਰੂਪ ਹੋ, ਤੁਹਾਡੇ ਤੇ ਬੇਅੰਤ ਕਿਰਪਾ ਹੈ। ਟੋਟਕ ਛੰਦ ਇੱਕ ਸੋਦਰ ਮੈਂ ਬਿਨਤੀ ਸੁਣੀਏ, ਇਹ ਬੈਲ ਭਲੇ ਮਨ ਮੈਂ ਗੁਣੀਏ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪ੍ਰਣ ਕਰਾਇਆ, ਭੈਣ ਜੀਓ ਕਦੇ ਸਾਡਾ ਭੇਦ ਨਾ ਦਿਓ, ਭਾਵੇਂ ਮਾਤਾ ਪਿਤਾ ਵੀ ਹੋਣ, ਜ਼ਿਕਰ ਨਹੀਂ ਕਰਨਾ। ਇਹੀ ਕਾਰਨ ਹੈ ਬੰਦਗੀ ਵਾਲੇ ਕਦੇ ਆਪਣੀ ਬੰਦਗੀ ਦੇ ਬਾਰੇ ਰੌਲਾ ਨਹੀਂ ਪਾਉਂਦੇ। ਜਿਨ੍ਹਾਂ ਦੇ ਪੱਲੇ ਸੱਚਮੁੱਚ ਭਗਤੀ, ਸੱਚਮੁੱਚ ਉਹ ਦਿਖਾਵਾ ਨਹੀਂ ਕਰਦੇ, ਸ਼ੋਰ ਨਹੀਂ ਮਚਾਉਂਦੇ, ਰੌਲਾ ਨਹੀਂ ਪਾਉਂਦੇ। ਤੇ ਜਿਹੜੇ ਮੇਰੇ ਵਰਗੇ ਆ, ਉਹਨਾਂ ਨੂੰ ਉਦੋਂ ਤੱਕ ਰੋਟੀ ਅਜਮ ਨਹੀਂ ਹੁੰਦੀ ਜਦੋਂ ਤੱਕ 20 ਨੂੰ ਨਾ ਦੱਸਣ ਮੈਂ ਅੱਜ ਸੁਖਮਨੀ ਸਾਹਿਬ ਦੇ ਇੰਨੇ ਪਾਠ ਕੀਤੇ ਆ, ਮੇਰਾ ਨਿਤਨੇਮ ਪੱਕਾ, ਮੇਰਾ ਅੰਮ੍ਰਿਤ ਵੇਲਾ ਪੱਕਾ। ਫਰਕ ਆ ਨਾ। ਜਿਨ੍ਹਾਂ ਨੇ ਰੱਬ ਨੂੰ ਪਾਇਆ, ਜਿਨ੍ਹਾਂ ਕੋਲ ਰੱਬ ਦੀ ਪ੍ਰਾਪਤੀ ਹੈ, ਉਹ ਛੁਪਾ ਰੱਖਦੇ ਨੇ, ਦੁਨੀਆ ਨੂੰ ਪਤਾ ਨਾ ਲੱਗੇ, ਪਰ ਪਤਾ ਫਿਰ ਵੀ ਲੱਗ ਜਾਂਦਾ ਹੈ। ਸ਼ੋਭਾ ਮਹਿਮਾ ਭੈਣ ਨਾਨਕੀ ਜੀ ਆਖਣ ਲੱਗੇ, ਭਰਾਤਾ ਜੀ ਕਦੇ ਐਸਾ ਨਹੀਂ ਹੋਏਗਾ। ਇਹਨਾਂ ਬਚਨਾਂ ਤੋਂ ਬਾਅਦ ਥੋੜੀ ਦੇਰ ਚੁੱਪ ਬੈਠੇ ਰਹੇ। ਹੁਣ ਭੈਣ ਜੀ ਇੱਕ ਬੇਨਤੀ ਕਰਦੇ ਆ, ਸੋਦਰ ਨਾਮ ਹੈ ਭਰਾ ਦਾ। ਕਹਿੰਦੇ ਐ ਰੱਬਾ ਮੇਰਿਆ, ਭਰਾ ਦੇ ਨਾਤੇ ਮੈਂ ਤੁਹਾਨੂੰ ਕੁਝ ਕਹਿਣ ਲੱਗੀ ਹਾਂ, ਤੁਹਾਨੂੰ ਭਰਾ ਮੰਨ ਕੇ ਕਹਿਣ ਲੱਗੀ। ਬਾਕੀ ਤੁਹਾਡੀ ਰਜ਼ਾ ਹੈ, ਤੁਹਾਡੀ ਮਰਜ਼ੀ ਹੈ, ਮੰਨਣਾ ਜਾਂ ਨਾ ਮੰਨਣਾ ਸਾਡਾ ਕਰਮ ਹੈ। ਬੇਨਤੀ ਕਰਨਾ ਸਿੱਖ ਦਾ ਫਰਜ਼ ਤੇ ਗੁਰੂ ਅੱਗੇ ਸਦਾ ਅਰਦਾਸ ਕਰਨੀ ਹੈ। ਮਰਦ ਇਹੀ ਸਿਖਾਉਂਦੇ ਆ ਵੀ ਰੱਬ ਨਾਲ ਸ਼ਰਤਾਂ ਨਾ ਲਾ, ਉਹਦੇ ਅੱਗੇ ਅਰਦਾਸ ਕਰ। ਅਰਦਾਸ ਕਿਵੇਂ ਕਰਨੀ? ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਇਹ ਤਰੀਕਾ ਹੈ ਅਰਦਾਸ ਦਾ। ਕਹਿੰਦੇ ਰੱਬਾ ਮੇਰੀ ਤੇਰੇ ਅੱਗੇ ਅਰਦਾਸ ਹੈ। ਜੀਓ ਨਾਮ ਕੀ ਹੈ? ਰੂਹ ਦਾ, ਮਨ ਦਾ। ਪਿੰਡ ਨਾਮ ਸਰੀਰ ਹੈ। ਕਹਿੰਦੇ ਆ ਰੂਹ ਆ ਸਰੀਰ ਵੀ ਤੇਰਾ ਹੈ, ਤੇ ਫਿਰ ਮੈਂ ਨਹੀਂ ਰੱਖਣੀ ਇੱਥੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਹ ਵਡਿਆਈਆਂ ਸਭ ਤੇਰੀਆਂ ਨੇ, ਮੈਨੂੰ ਕੌਣ ਜਾਣਦਾ? ਸਾਡੀ ਦੀ ਅਰਦਾਸ ਵਿੱਚ ਵੀ ਮੈਂ ਖੜਿਆ, ਮੇਰੀ ਅਰਦਾਸ, ਮੇਰੇ ਬੋਲ, ਮੇਰੀ ਸਮਝ। ਪਰ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਭੈਣ ਨਾਨਕੀ, ਜਿਨ੍ਹਾਂ ਦਾ ਹੱਕ ਵੀ ਹੈ ਕੁਝ ਕਹਿਣ ਦਾ, ਉਮਰ ਵਿੱਚ ਵੱਡੇ, ਸਤਿਗੁਰ ਹਰ ਗੱਲ ਮੰਨਦੇ ਆ, ਕਦੇ ਕੋਈ ਗੱਲ ਮੋੜ ਨਹੀਂ ਸਕਦੇ। ਪਰ ਉਹ ਵੀ ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਇੱਕ ਅਰਜ਼ੋਈ ਹੈ, ਬਾਕੀ ਤੁਸੀਂ ਮਰਜ਼ੀ ਦੇ ਮਾਲਕ ਹੋ। ਜਬ ਆਇਸ ਇਹੋ ਕਰੋ ਤਬ ਹੀ, ਉਚਰੋ ਨ ਕਦਾ ਚਿਤ ਯੋ ਕਬ ਹੀ। ਪਰ ਬੇਨਤੀ ਵੀ ਪਾਤਸ਼ਾਹ ਮੈਂ ਤਾਂ ਕਰਾਂ ਜੇ ਤੁਹਾਡਾ ਹੁਕਮ, ਜੇ ਤੁਹਾਡੀ ਆਗਿਆ ਹੋਵੇ। ਬਿਨਾਂ ਆਗਿਆ, ਬਿਨਾਂ ਹੁਕਮ ਤੋਂ ਸਿੱਖ ਬੇਨਤੀ ਵੀ ਨਹੀਂ ਕਰ ਸਕਦਾ। ਇਹ ਰਮਜ ਹੈ। ਜਦੋਂ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਪੜ੍ਹਦੇ ਆ, ਸਤਿਗੁਰ ਜੀ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਦੇ ਅਕਾਲ ਪੁਰਖ ਅੱਗੇ, ਜਾਪੇ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ। ਕਹਿੰਦੇ ਜਦੋਂ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੀ ਆਗਿਆ ਹੋਈ, ਹੁਕਮ ਹੋਇਆ,
मैं तां जन्म धारण कीता संसार नहीं चित नहीं सी करदा चित ना पयो हमरो आवरण है रब दी आज्ञा ना क्योंकि सिख हमेशा ही रब दी आज्ञा चाहिए गुरु दी रजा च रहिंदा है गुरु दे भाणे च रहिंदा है सो सिख सखा बंधन है भाई जे गुर के भाणे विच आ फिर अगे महाराज स्पष्ट लिखदे है अपने भाणे क्यों चलै भाई विछड़ चोटां खावे कहते गुरु दे भाणे विच हुक्म च चलण वाला सिख है अपनी मर्जी अपनी अदूली अपने हुक्म अपनी रजा च चलण वाला की करदा है महाराज कहते विछड़ विछड़ जन्मां दी चोटां खांदा है भैन नानकी दोने हाथ जोड़े हुए आ वीर भरा आगे पातशाह मनना ना मनना ये आप जी की रजा है मेरा फर्ज है बेनती करना बेनती भी तां जे तुसी हुक्म करोगे आज जी बेनती आप करते हैं ना आप कहने साडे ते लांभे बहुत वड्डे रब सुनदा नहीं तू कर्मा वाला जिन्हों ने अरदास करन दा समा देता बड़ियां नूं ते ओह अरदास बेनती दा समा भी नसीब नहीं होण दिंदा जिन्हां दे माड़े कर्म ने ना वो रब अगे हाथ जोड़ के खड़ ही नहीं सकते बाणी लिखदी है दोए कर जोड़ करो अरदास तुद भावे ताण है रास कहते दोने हाथ जोड़ के मैं बेनती करदा करां तां जे तैनूं भाउंदा होवे जे तैनूं चंगा लगदा होवे तेरी रजा ना ते फिर किस्मत वाले नहीं होए आपां जिन्हां नूं अरदास करन दा समा मिलदा है गुरु अगे बेनती करन दा समा मिलदा है बिना कर्मां तो तुसी हाथ जोड़ गुरु ग्रंथ साहिब जी दे सामने तुसीं खड़ नहीं सकदे बिना भगत ते भैन नानकी राजा पुछदे साहिबा कृपा करो जे तुहाडा हुक्म होवे एक छोटी जी अरदास है एक बेनती है देखो किड्डी वड्डी सिੱਖੀ है उन्हां दे जीवन दी नहीं भैन भरा कदे एक दूजे ਨੂੰ बेनती ਕਰਦੇ ਦੇਖੇ ਆ कदे भरा भैन दी मनदा होवे ते भैन भरा दी मन्ने पर इत्थे देखो बड़े अदब दे नाल प्रेम नाल पुछदे आ थोड़ा समा सुन के मर्द चुप रहे कोई जवाब दिता ना जन तरन बैन बिने सुन के परसीदत भे नमता गुण के गुणां दी खान सतगुर सच्चे पातशाह जी भैन दे बचनां नूं सुन के थोड़ी देर बाद इन्ने प्रसन्न होए कहंदी चेहरा भी खिड़ गया अखां भी खिड़ियां होईयां नजरां भर के भैन जी वल वेखिया तुरठी नजर तुरठ गए प्रसन्न होए आ परमात्मा जद भी बख्शिशां करदा है प्रसन्न चित होके करदा है सतगुरां दे सामने भैन जी ने हाथ जोड़े होए सी गुरु साहब कल इत्थे बैठे घर दी गल है बाहर जाके लगे भैन जी हाथ ना जोड़ो ये शोभा नहीं दिंदा रब कद कहंदा अपने प्यारिਆਂ ਨੂੰ भी हाथ जोड़िया कर वे ये उदों ਦੀਆਂ ਗੱਲਾਂ ਸੀ ਜਦੋਂ ਭਗਤ नहीं ਸੀ ਬਣਿਆ प्यारा नहीं सी बनया सज्जन नहीं सी बनया जिस दिन रब नाल सज्जनताई पै गई फिर हाथ जोड़न हाथ मिलाउण दीयां गल्लां नहीं उस दिन ते तेरे मेरे च फर्क ही कोई नहीं फिर ते दिल दी फूक भी सुन लैंदा है दिल दे ख्यालां नूं भी बुझ लैंदा है अजे ते साडीआं हाथ जोड़ अरदासां भी नहीं सुनदा कितना फर्क है गुरु नानक साहब सच्चे पातशाह बड़े मुस्कुराए बड़े प्रसन्न होए कृपा दे घर विच आ गए मन जोन मनोरथ शंक बिना मुख भाखों मैं अनुसार सना भैन जी मन दे विच जो भी है बिना शंके तो बिना शक तो बोल दिओ क्योंकि वो रब प्यारा बिन बोलिया सब कुछ जानदा ये नहीं है भी वो शब्दां दी हेर फेर वेखूगा भी जो मैं मर जगे अरदास करा ली वही सुनूंगा साडे च ना एक बहुत बड़ा भरम है ये साडी मानसिक कमजोरी है कई बार ना कोई अरदासीया सिंह गुरु अगे अरदास करता है जाने अनजाने ਉਹਦੇ ਤੋਂ नाम गलत बोलिया जाए ना ਤੇ ਸਾਡੀ ਬੇਵਕੂਫੀ पता नहीं होती है ਅਸੀਂ गुरु साहब ਦੇ सामने खड़े ਉਹਨੂੰ टोक के कहांगे ਇਦਾਂ नहीं इदां बोल मतलब तेरे भाव नाल भी गुरु अनजान है कोई ਉਹਦੇ ਕੋਲ ਤੇ ਨਾਮ ਵੀ ਨਾ ਬੁਲਾਉਂਦਾ ਹੱਥ ਜੋੜ ਕੇ ਖੜ ਹੀ ਜਾਂਦਾ ਨਾ ਵੀ ਖੜਦਾ ਉਹ ਤਾਂ ਵੀ ਜਾਣਦਾ ਆਖੋ ਸਤਨਾਮ ਅੱਜ ਇਹ ਸਾਡੇ ਚ ਬੜੀ ਵੱਡੀ ਮੂਰਖਤਾ ਏ ਪਰ ਜਦੋਂ ਮਰਿਆਦਾ ਪੜ੍ਹਦੇ ਤਾਂ ਸਮਝ ਆਉਂਦੀ ਜਦ ਕੋਈ ਵੀ ਗੁਰੂ ਦਾ ਗ੍ਰੰਥੀ ਸਿੰਘ ਕੋਈ ਵੀ ਹੋਵੇ ਭਾਵੇਂ ਤੁਸੀਂ ਕਿਉਂ ਨਾ ਹੋਵੋ ਵਿੱਚ ਬੁਲਾਉਣ ਵਾਲਾ ਦੁਨੀਆ ਦਾ ਸਭ ਤੋਂ ਮਹਾ ਮੂਰਖ ਬੰਦਾ ਏ ਜਿਹਨੂੰ ਇਹ ਨਹੀਂ ਪਤਾ
ਵੀ ਰੱਬ ਤੇ ਰੱਬ ਦਾ ਪਿਆਰਾ ਆਮੋ ਸਾਹਮਣੇ ਖੜੇ ਆ ਤੇ ਮੇਰੀ ਕਿਉਂ ਕਾਤ ਮੈਂ ਵਿੱਚ ਬੋਲਾਂ, ਭਾਵੇਂ ਕੋਈ ਵੀ ਅਰਦਾਸ ਕਰਦਾ। ਇਹ ਸਾਡੇ 'ਚ ਨਾ ਬੜੀ ਮੂਰਖਤਾ ਹੈ। ਕੋਈ ਵੀ ਗ੍ਰੰਥੀ ਪਾਠੀ ਗਲਤੀ ਨਾਲ ਨਾਮ ਵੀ ਗਲਤ ਬੋਲੇਗਾ, ਫਿਰ ਕੀ ਹੋਇਆ? ਇਹਦਾ ਮਤਲਬ ਤੂੰ ਸਮਝਦਾ ਵੀ ਗੁਰੂ ਜਾਣਦਾ ਨਹੀਂ, ਗੁਰੂ ਦੱਸਣਾ ਪੈਂਦਾ ਹੈ। ਇੱਕ ਪਾਸੇ ਕਹੀ ਜਾਣਾ ਤੂੰ ਅੰਤਰਜਾਮੀ ਹੈ, ਤੂੰ ਘੜਾ ਘਟਾਉਂਦੀ ਜਾਣਦਾ, ਕਿਉਂਕਿ ਹੋਛਾ ਪਾਣਾ ਸਾਡਾ। ਭੈਣ ਨਾਨਕੀ ਜੀ ਨੂੰ ਸਤਿਗੁਰ ਕਹਿੰਦੇ ਬਿਨਾਂ ਸ਼ੰਕੇ ਜੋ ਤੁਹਾਡੇ ਚਿੱਤ ਦੇ ਵਿੱਚ ਹੈ ਬੋਲ ਦਿਓ। ਵੈਸੇ ਤੇ ਭੈਣ ਜੀ ਜਾਣਦੇ ਆ ਵੀ ਇਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ, ਬੋਲਣ ਦੀ ਵੀ ਲੋੜ ਨਹੀਂ। ਘਟਾ ਘਟਾਂ ਦੇ ਸੁਆਮੀ ਨੇ ਕਬ ਵਾਕਨ ਮੋਰ ਸਕਉ ਕਬਹੀ, ਸੁਣ ਸਰੋਣ ਸੁਸਾ ਕੇ ਜੂ ਤਬਹੀ। ਗੁਰੂ ਸਾਹਿਬ ਨੇ ਦੋਨੇ ਹੱਥ ਜੋੜ ਕੇ ਪਤਾ ਕੀ ਆਖਿਆ? ਭੈਣ ਜੀਓ, ਮੇਰੇ ਵਿੱਚ ਇੰਨੀ ਜੁਰਤ ਨਹੀਂ, ਮੇਰੇ ਵਿੱਚ ਇੰਨੀ ਤਾਕਤ ਨਹੀਂ, ਮੈਂ ਕਦੇ ਵੀ ਤੁਹਾਡੇ ਬੋਲਾਂ ਨੂੰ ਬੋਲ ਸਕਾਂ। ਆਖੋ ਸਤਿਨਾਮ। ਸੱਚੀ ਰੱਬ 'ਚ ਤਾਕਤ ਨਹੀਂ ਹੈ। ਉਹ ਆਪਣੇ ਪਿਆਰੇ ਭਗਤਾਂ ਦਾ ਕੋਈ ਬਚਨ ਹੋਵੇ, ਰੱਬ 'ਚ ਇੰਨਾ ਨਾਮ ਨਹੀਂ, ਉਹ 'ਚ ਇੰਨੀ ਸ਼ਕਤੀ ਨਹੀਂ, ਉਹ ਆਪਣੇ ਪਿਆਰਿਆਂ ਦੀ ਕੋਈ ਗੱਲ ਬੋਲ ਸਕੇ। ਤਾਂ ਹੀ ਤੇ ਬਾਣੀ ਨੇ ਲਿਖਿਆ ਸਭ ਕੋ ਤੇਰਾ ਵਸ ਅਗਮ ਅਗੋਚਰਾ। ਸਾਰੀ ਦੁਨੀਆ ਕਹਿੰਦੇ ਤੇਰੇ ਵਸ ਹੈ, ਤੂੰ ਅਗਮ ਹੈ, ਨੇਤਰਾਂ ਦੀ ਪਹੁੰਚ ਤੋਂ ਦੂਰ ਹੈ, ਤੈਨੂੰ ਕੋਈ ਛੋ ਨਹੀਂ ਸਕਦਾ। ਪਰ ਤੇਰੀ ਬਹੁਤ ਵੱਡੀ ਕਮਜ਼ੋਰੀ ਹੈ, ਤੂੰ ਭਗਤਾਂ ਕੇ ਵਸ, ਭਗਤਾਂ ਦਾ ਕਹਿੰਦੇ ਤੂੰ ਭਗਤਾਂ ਦੇ ਵਸ ਹੈ। ਬਾਣੀ ਲਿਖਦੀ ਹੈ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਟੈ ਮੋਹੇ। ਰੱਬ ਕਹਿੰਦਾ ਮੇਰੀਆਂ ਬੰਨੀਆਂ ਡੋਰਾਂ ਨੂੰ ਭਗਤ ਬੋਲ ਸਕਦੇ ਆ, ਭਗਤੀ ਵਾਲੇ ਬੋਲ ਸਕਦੇ ਆ, ਨਾਮ ਜਪਣ ਵਾਲੇ ਮੇਰੇ ਬੰਨਿਆਂ ਨੂੰ ਛੁਡਾ ਸਕਦੇ ਆ, ਪਰ ਨਾਮ ਜਪਣ ਵਾਲਿਆਂ ਦੇ ਸ਼ਰਾਫੇ ਨੂੰ ਮੈਂ ਨਹੀਂ ਬਚਾ ਸਕਦਾ। ਆਖੋ ਸਤਿਨਾਮ। ਜਿਹਨੂੰ ਉਹ ਡੋਬਦੇ ਨਾ, ਰੱਬ ਵੀ ਬੇਵਸ ਹੈ। ਇਹ ਵੱਡਾਪਣ ਹੈ ਉਸ ਪਰਮਾਤਮਾ ਦਾ, ਵੱਡਾਪਣ। ਭੈਣ ਨਾਨਕੀ ਉਸ ਪਰਮਾਤਮਾ ਦੀ ਭਗਤਣੀ ਹੈ ਤੇ ਰੱਬ ਨੇ ਹੱਥ ਜੋੜ ਕੇ ਆਖਿਆ ਮੇਰੇ 'ਚ ਤਾਕਤ ਨਹੀਂ ਹੈ, ਇੰਨੀ ਸਮਰੱਥਾ ਨਹੀਂ, ਮੈਂ ਤੁਹਾਡਾ ਬਚਨ ਮੋੜ ਸਕਾਂ। ਫੁੱਲਵਾਨਨ ਕੀਰਤਨੀਆਂ ਸਦਨਾ, ਸਨਮਾਨ ਕਰੋ ਨਹਿ ਜੀ ਬਦਨਾ। ਉਸ ਵੇਲੇ ਫਿਰ ਬੜੇ ਅਦਬ ਦੇ ਨਾਲ ਸਤਿਗੁਰਾਂ ਦੇ ਭੈਣ ਜੀ ਆਖਦੇ ਆ ਮਹਾਰਾਜ ਹੈ ਤੁਸੀਂ ਅੰਤਰਜਾਮੀ, ਸਭ ਕੁਝ ਜਾਣਦੇ ਹੋ, ਪਰ ਸੰਸਾਰੀ ਤੌਰ ਤੇ ਮੈਂ ਫਰਜ਼ ਅਦਾ ਕਰਦੀ ਆ ਤੁਹਾਡੇ ਧਰਮ ਪਤਨੀ ਸੁਲੱਖਣੀ ਜੀ ਮੇਰੀ ਭਰਜਾਈ। ਚੰਗੀ ਕੁੱਲ ਵਾਲੇ ਆ, ਚੰਗੀ ਭਗਤੀ ਵਾਲੇ ਆ, ਕਿਉਂਕਿ ਜੇ ਭਗਤੀ ਆ ਤਾਂ ਹੀ ਗੁਰੂ ਸਾਹਿਬ ਦੇ ਘਰ ਆਏ ਆ। ਕੋਈ ਰੱਬੀ ਰੂਹ ਆ, ਕੋਈ ਸੰਸਾਰੀ ਥੋੜਾ ਨੇ। ਆਖਣ ਲੱਗੇ ਤੁਸੀਂ ਉਹਨਾਂ ਨਾਲ ਪ੍ਰੇਮ ਦੇ ਬਚਨ ਬੋਲਿਆ ਕਰੋ। ਦੇਖੋ ਕੀ ਮੰਗਿਆ ਤਰੀਕਾ ਨਾ ਰੱਬ ਨਾਲ ਗੱਲ ਕਰਨ ਦਾ। ਤੇ ਸਤਿਗੁਰਾਂ ਦੀ ਸੱਸ ਦਾ ਤਰੀਕਾ ਵੀ ਸੁਣਿਆ ਹੋਣਾ ਤੁਸੀਂ ਨੇ, ਸਹੁਰਾ ਸਾਹਿਬ ਦਾ ਵੀ ਸੁਣਿਆ ਹੋਣਾ। ਹੁਣ ਉਹ ਤਰੀਕਿਆਂ ਨਾਲ ਤਾਂ ਨਹੀਂ ਕਦੇ ਰੱਬ ਵਸ ਕੇ ਆਉਂਦਾ। ਉਹ ਜਦ ਵੀ ਆਇਆ ਪ੍ਰੇਮ ਦੀਆਂ ਡੋਰਾਂ ਦੇ ਵਸ ਆਇਆ। ਤੇ ਭੈਣ ਨਾਨਕੀ ਬੜੇ ਅਦਬ ਨਾਲ ਆਖਦੇ ਸਤਿਗੁਰੂ ਜੀ ਆਪਣੀ ਧਰਮ ਪਤਨੀ ਨਾਲ ਪ੍ਰੇਮ ਦੇ ਬਚਨ ਕਰ ਲਿਆ ਕਰੋ, ਬਸ ਮੈਂ ਤੇ ਆਹੀ ਮੰਗਦੀ ਆਂ। ਆਖੋ ਸਤਿਨਾਮ। ਆਪਣੇ ਲਈ ਕੁਛ ਨਹੀਂ। ਕਦੇ ਉਸ ਭੈਣ ਨੇ ਅਰਦਾਸ ਨਹੀਂ ਕੀਤੀ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦੇ ਦਿਓ, ਮੇਰੇ ਘਰ ਵੀ ਕੋਈ ਬੱਚਾ ਖੇਡਦਾ ਹੋਵੇ, ਕਦੇ ਵੀ ਨਹੀਂ ਮੰਗਿਆ। ਤੇ ਪਰ ਇੱਕ ਪਾਸੇ ਅਸੀਂ ਸੰਸਾਰੀ ਲੋਕ, ਸਾਡਾ ਮੰਗਾਂ ਤੋਂ ਬਿਨਾਂ ਗੁਰਦੁਆਰੇ ਆਉਣ ਦਾ ਲਾਭ ਹੀ ਹੁੰਦਾ ਕੋਈ ਨਹੀਂ। ਅਸੀਂ ਤੇ ਜਾਂਦੇ ਆ, ਮੰਗਣ ਜਾਂਦੇ ਆ। ਜਦੋਂ ਇਤਿਹਾਸ ਸੁਣਦੇ ਆ ਨਾ, ਗੁਰੂ ਸਾਹਿਬਾਨਾਂ ਦਾ ਜੀਵਨ ਸੁਣਦੇ ਆ, ਫਿਰ ਪਤਾ ਲੱਗਦਾ ਹੈ ਵੀ ਗੁਰੂ ਕੇ ਸਿੱਖ ਕਿੱਡੇ ਵੱਡੇ ਸਨ, ਸਤਿਗੁਰਾਂ ਦੇ ਪਰਿਵਾਰ ਦੇ ਪਿਆਰੇ ਕਿੰਨੇ ਮਹਾਨ ਸਨ ਕਿ ਭੈਣ ਨਾਨਕੀ ਮੰਗੇ ਤੇ ਗੁਰੂ ਸਾਹਿਬ ਮਨਾ ਕਰਨਗੇ। ਇੱਕ ਬਚਨ ਕਹਿਣ ਦੀ ਦੇਰ ਹੈ, ਘਰ ਦੇ ਵਿੱਚ ਬੱਚੇ ਦਾ ਜਨਮ ਹੋ ਜਾਏਗਾ। ਇੱਕ ਬਚਨ। ਐਡੇ ਡਾਢੇ ਪਰਮਾਤਮਾ ਨੇ, ਦੁਨੀਆ ਨੂੰ ਸਭ ਕੁਝ ਦੇਣ ਵਾਲੇ ਨੇ, ਪਰ ਤਾਨਿਓ ਭੈਣ ਕਿੱਡਾ ਵੱਡਾ ਸਬਰ ਹੈ ਉਹਦੇ ਕੋਲੇ। ਉਹ ਮੰਗ ਕੀ ਰਹੇ ਆ? ਪਰਾਇਆ ਭਲਾ। ਮਹਾਰਾਜ ਕਿਰਪਾ ਕਰਿਓ ਮੇਰੀ ਭਰਜਾਈ ਜੀ ਨਾਲ ਹੱਸ ਕੇ ਬੋਲਿਆ ਕਰੋ, ਪ੍ਰੇਮ ਦੇ ਬਚਨ ਕਰਿਆ ਕਰੋ। ਇਹ ਮਾਤ ਪਿਤਾ ਜਬ ਆਵਤ ਹੈ, ਦੁਰਵਾਕ ਲਾਇ ਲਜਾਵਤ ਹੈ। ਹੁਣ ਬੇਨਤੀ ਦਾ ਕਾਰਨ ਦੱਸਦੇ ਨੇ। ਕਾਰਨ ਮਹਾਰਾਜ ਮੈਂ ਕੋਈ ਦੁਨਿਆਵੀ ਤੌਰ ਤੇ ਬੇਨਤੀ ਨਹੀਂ ਕੀਤੀ, ਇਸ ਕਰਕੇ ਕਰਦੇ ਆ ਜਦੋਂ ਤੁਹਾਡੀ ਸੱਸ ਮਾਂ ਤੇ ਸਹੁਰਾ ਜੀ ਆਉਂਦੇ ਆ ਨਾ, ਉਹ ਇਹੋ ਜਿਹੇ ਬਚਨ ਸਾਨੂੰ ਬੋਲਦੇ ਆ, ਸਾਨੂੰ ਸ਼ਰਮਿੰਦੇ ਹੋਣਾ ਪੈਂਦਾ। ਬਹੁਤ ਬੋਲਦੇ ਆ, ਘੱਟ ਵੱਧ ਬੋਲਦੇ ਆ, ਸਾਡੇ ਤੋਂ ਬੋਲਿਆ ਸਹਾਰਿਆ ਨਹੀਂ ਜਾਂਦਾ। ਕਿ ਰੱਬ ਕਦੇ ਸਹਾਰਦਾ ਵੀ ਉਹਦੇ ਪਿਆਰਿਆਂ ਦਾ?
कोई तिरस्कार करे, निरंतर करे। जिन्हां जिन्हां ने जो जो तेरे भगत दुखाए वो तत्काल तुम मारा। बाणी का वचन है, जिन्हां जिन्हां ने रब दे प्यारिਆਂ ਦਾ दिल दुखाया है उन्हां दा बुरा कीता ना, अपने घड़ी भर नहीं खाया। भावें वो हरनाक्ष ने कीता, भावें कोई भी सी, जिन्हां जिन्हां ने बुराई कीती उन्हें तत्काल ही मार दिते, गड्डी चाड़ दिते। इत्थे बड़े प्यार च बेनती करते हैं, बादशाह साडे तो शर्मिंदे नहीं होया जांदा। उन्हां दीयां गल्लां दिल दुखाउण वालियां हुंदियां ने, क्योंकि संसारी वृत्ति जाके बोलदे आ, वो तुहानूं समझ नहीं सकदे, तुहानूं पछाण नहीं सकदे, क्योंकि ना पछाणन वाले लई हीरा भी एक पत्थर है, उस तो वध के कुछ नहीं। सोना चांदी हीरे मोती उस व्यक्ति वास्ते कुछ नहीं जिन्हों की पहचान नहीं है, जिन्हों कीमत का नहीं पता। एक झल्ला बंदा होवे पागलखाने में रहिंदा है, अरबां डॉलरां दे ढेर ला दे उन्हें पाड़ पाड़ सुट देने, की कदर आ? हाँ, जिहदा दिमाग चलदा है, जिन्हों समझ है उन्होंने पता है डॉलर का रेट की है, रुपये का रेट की है, इसकी कीमत की कदर की है। अनजान व्यक्तियों वास्ते रब भी खेड ही हुंदी है। आखो सतनाम। इसे करके बुल्ले शाह ने आख्या सी, कहंदे बुल्ले यार रब दा की पाउणा, इधरों वटना इधरों ना। ਇਹਦੇ ਵਿੱਚ ਭਾਵ बहुत गहरे आ, संसारी बंदे ने समझाता, कहंदे गल ही कुछ नहीं, क्योंकि तेरे लिए खेड है ना, रब खेड नहीं, वो खेडा खेडण वाला है, जग नूं खड़ाउण वाला है। रहो तिन ते नह सामू तहां बचना पन ते। सतगुरां दे भैण जी आखण लगे, मर्द साडे तो सुन के झल्लिया नहीं जांदा, बर्दाश्त नहीं हुंदा। इहदा भाव की है भी अंदर फर्क पैंदा है। तुसीं जिन्नी मर्जी बंदगी करो, नाम जपो, एक बंदा तुहानूं कौड़ा बोल दे ना, आपां संसारी मन नहीं लगदा, बेचैन हो जाएगा। पर जिस दिन गुरु साहब की कृपा होनी शुरू होगी, फिर असर घटी जाता। सामने भी गाना कड्डी दे, फर्क नहीं पैंदा, कोई बुरा भला भी कह दे, कोई फर्क नहीं है। एक संसारी बंदा मेरे वर्गा, उन्होंने किसी ने फोन ते भी वही कहता, तां भी बेचैन है, तां भी दुखी है। भैण नानकी जी आखण लगे, मर्द ना चाहुंदियां भी रोज रोज सुन के गल्लां मन ते असर हो रहे हैं, ते मन भगती तो उड़ जाता है, एक पासड़ हो जाता है। जे तुसी कृपा करदे हो, तुसी दया करदे हो, उलांभे खत्म हो जावन। ओ संत सुभाए दया सुपगा, उपकार विखै दिन रहन लगा। इन्ने बदन कहते भैण नानकी जी चौंकड़ा मार के भुंजे बैठ गए, नेत्र बंद ने, बड़ी शरधा है। आखण लगे तुसी संत हो, पर उपकारी हो, पर तुहानूं समझना हर एक दे भागां दी गल नहीं है। सच्चे पातशाह तुहानूं समझण वास्ते भी कई जन्म चाहिए। आखो सतनाम। करोड़ा जन्मां दी भगती चाहिए कि रब नूं समझना है। सिर्फ समझण दी गल कीती है, पाउण दी गल नहीं, समझना। बड़े प्यार च आखण लगे, तुसी पूर्ण संत हो, शांत चित्त हो, शांत स्वरूप हो, तुहानूं फर्क नहीं पैंदा। मूलचंद जी बोल के गए, सस चंदो रानी भी बोल के गए कि गुरु साहब ने नहीं सुनिया, सुनिया पर फर्क नहीं पिया। फर्क उन्होंने पैंदा है जो संसार दे विच बड़ा कुछ इकट्ठा करना होता है, दुनिया दे विच आके जेड़ा कहंदा मेरी जिंदगी है, मेरी मर्जी मैं जो मर्जी करा, पर जेड़ा इस जिंदगी नूं सिर्फ एक सफर दे वांग इंजॉय करदा, आनंद माणदा है भी जग ते आए आ, हसो खेडो आनंद माणो, आए आ ते फिर जाना भी पैना एक दिन। जिन्हों मरना याद आ ना, सच्ची उन्होंने कोई दुखी नहीं कर सकता, उन्होंने रवा नहीं सकता। दुखी वो होंदा है जिन्हों लगता यार मैं मरना नहीं, किते मैनूं कोई मार ही ना दे, मेरा कोई नुकसान ही ना कर दे, ते वो बंदा हर वेले बिना मरण तो भी मरिया ही रहंदा। आखो साडा नाम पल पल मरदा है, भगत नहीं मरदे, रब दे प्यारे नहीं मरदे। भैण नानकी बड़े अदब च आखण लगे, महाराज तुसीं परोपकारी हो, संत स्वरूप हो। करिए जलगीर न जा करनी, कुलवानन की तनिया तरनी। दुनिया नूं खुशियां देण वालिओ किरपा करो, अपनी पत्नी नूं उदास ना करो। ये बेनती करदे उन्हां ये भी आखिया, महाराज ये तुहाडी रजा है, ये तुहाडीआं अपणीआं रमजां ने, असीं अनजान व्यक्ति समझ नहीं सकदे, ना समझदिआं भी मजबूर हो के बेनती करदे आ,
ਤਾਈਓ ਪਹਿਲਾਂ ਕਿਹਾ ਸੀ ਵੀ ਜੇ ਤੁਹਾਡਾ ਹੁਕਮ ਹੋਵੇ ਤੇ ਬੇਨਤੀ ਕਰੀਏ, ਤੇ ਬਾਕੀ ਮਰਜ਼ੀ ਆ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਰਜ਼ਾ ਹੈ, ਤੁਹਾਡੀ ਆਗਿਆ ਹੈ। ਸੱਚੇ ਪਾਤਸ਼ਾਹ ਸਾਡਾ ਜ਼ੋਰ ਨਹੀਂ ਅਸੀਂ ਤੁਹਾਡੇ ਤੋਂ ਕੁਝ ਮਨਾ ਸਕੀਏ, ਪਰ ਇੱਕੋ ਹੀ ਅਰਦਾਸ ਹੈ ਵੀ ਜੇ ਤੁਸੀਂ ਐਡੀ ਕੁ ਕਿਰਪਾ ਕਰਦੇ ਹੋ, ਇੰਨਾ ਕੁ ਬਚਨ ਮੰਨ ਲਓ ਸਾਡਾ, ਦਇਆ ਕਰਦੇ ਹੋ ਤੇ ਆ ਕਲੇਸ਼ ਖਤਮ ਹੋ ਜੇ। ਰੋਜ਼ ਰੋਜ਼ ਸਾਡੇ ਤੋਂ ਨਹੀਂ ਸੁਣਿਆ ਜਾਂਦਾ, ਸਾਡਾ ਉਹ ਨਰਾਦਰ ਕਰਦੇ ਨੇ। ਗੁਣੇ ਨ ਸੁਣਿਓ ਮੁਖ ਬੈਨ ਕਹੇ, ਕੋ ਕੌਣ ਪਦਾਰਥ ਹੀ ਨ ਰਹੇ। ਇਹ ਗੱਲ ਮੰਨਣੀ ਬਹੁਤ ਔਖੀ ਸੀ। ਜਿਹੜਾ ਬਚਨ ਭੈਣ ਨਾਨਕੀ ਜੀ ਨੇ ਆਖਿਆ ਨਾ, ਉਸ ਅਵਸਥਾ ਦੇ ਤਲ ਤੇ ਬਹਿ ਕੇ ਵੇਖੋ ਕਿੰਨਾ ਔਖਾ ਕੰਮ ਹੈ। ਔਖਾ ਕਿਵੇਂ ਹੈ? BA 3rd year ਚ ਪੜ੍ਹਦਾ ਕੋਈ ਹੋਵੇ, ਲਿਆ ਕੇ LKG ਦਾ ਸਿਲੇਬਸ ਦੇ ਦਿਓ ਵੀ ਤੂੰ ਹੁਣ ਇਹ ਕਲਾਸ ਲਾਇਆ ਕਰ, ਇਹ ਪੜ੍ਹਿਆ, ਜਦ ਕਿ ਉਹਦੇ ਲਈ ਕੁਝ ਵੀ ਔਖਾ ਨਹੀਂ, ਪਰ ਉਸ ਕਲਾਸ ਵਿੱਚ ਬਹਿਣਾ ਬਹੁਤ ਔਖਾ ਹੈ, ਕਿਉਂਕਿ ਉਹਦੇ ਉਹ ਇਰਾਦੇ ਨਹੀਂ, ਉਹੋ ਜਿਹੀਆਂ ਵਿਚਾਰਾਂ ਨਹੀਂ ਨੇ, ਉਹੋ ਜਿਹਾ ਵਕਤ ਨਹੀਂ ਹੈ, ਉਹੋ ਜਿਹਾ ਹੁਣ ਮਨ ਨਹੀਂ, ਦਿਮਾਗ ਨਹੀਂ, ਸੁਰਤ ਨਹੀਂ, ਸੋਚ ਨਹੀਂ, ਸਮਝ ਨਹੀਂ, ਕਿਉਂਕਿ ਹੁਣ ਸਮਝ ਪਾਰ ਕਰ ਚੁੱਕੀ ਉਸ ਲੈਵਲ ਨੂੰ। ਡਾਊਨ ਤੇ ਆਉਣਾ ਬੜਾ ਔਖਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਤਾ ਕੀ ਆਖਣ ਲੱਗੇ? ਕਹਿੰਦੇ ਭੈਣ ਜੀ ਇੱਕ ਗੱਲ ਦੱਸਿਓ, ਸਾਡੇ ਧਰਮ ਪਤਨੀ ਨੂੰ ਕਮੀ ਕਿਸ ਚੀਜ਼ ਦੀ ਹੈ? ਕਿੱਡਾ ਗਹਿਰਾ ਸਵਾਲ ਹੈ। ਕੀ ਕਮੀ ਹੋਣਾ? ਤੁਸੀਂ ਕਹਿ ਰਹੇ ਹੋ ਅਸੀਂ ਹੱਸੀਏ, ਅਸੀਂ ਬੋਲੀਏ, ਉਹਨਾਂ ਦੇ ਕੋਲ ਬੈਠੀਏ, ਕਿਰਪਾ ਕਰਕੇ ਦੱਸੋ ਕੀ ਨਹੀਂ ਉਹਨਾਂ ਨੂੰ ਮਿਲਦਾ? ਹਾਂ ਕੋਈ ਚੀਜ਼ ਹੈ, ਕਮੀ ਹੈ, ਤੇ ਉਲਾਬਾਦ ਜਾਇਜ਼ ਹੁੰਦਾ ਏ। ਚਿਤ ਚਾਹੇ ਪੁਚਾਏ ਦਿਓ ਸਭ ਹੀ, ਨਹਿ ਰੰਜ ਕੀਓ ਔਰ ਤਾਂ ਕਬਹੀ। ਜਦੋਂ ਸਾਰੇ ਪਦਾਰਥ ਅਸੀਂ ਬਿਨਾਂ ਮੰਗਿਆ ਉਹਨਾਂ ਕੋਲ ਪਹੁੰਚਾ ਦਿੰਦੇ ਆ, ਭਾਵੇਂ ਤੁਹਾਡੇ ਜਰੀਏ ਆਉਂਦੇ ਨੇ ਜਾਂ ਸਿੱਧੇ ਤੌਰ ਤੇ ਆਉਂਦੇ ਨੇ, ਫਿਰ ਉਹਨਾਂ ਨੂੰ ਰੰਜ ਦੁੱਖ ਗਮ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਕਿੱਥੇ ਬੋਲ ਰਹੇ ਆ ਜੀ? ਸਮਝਣਾ ਹੈ। ਸੰਸਾਰੀ ਔਰਤਾਂ, ਸੰਸਾਰੀ ਮਰਦ, ਸੰਸਾਰੀ ਪਰਿਵਾਰ, ਉਹਨਾਂ ਨੂੰ ਸਿਰਫ ਪਦਾਰਥ, ਪੈਸਾ, ਹੋਰ ਕੁਛ ਨਹੀਂ ਚਾਹੀਦਾ। ਦੁਨੀਆ ਦੇ ਪਰਿਵਾਰਾਂ ਨੂੰ ਕੀ ਚਾਹੀਦਾ ਜੀ? ਆਪਾਂ ਨੂੰ ਕੀ ਚਾਹੀਦਾ ਹੁੰਦਾ? ਮਾਇਆ। ਜੇ ਮਾਇਆ ਹੋਗੀ ਪਦਾਰਥ ਖਰੀਦਣਾ, ਮੇਨ ਬੇਸਿਕ ਚੀਜ਼ ਤੇ ਪੈਸਾ ਹੀ ਹੈ ਨਾ, ਪਦਾਰਥ ਹੀ ਹੈ ਨਾ, ਬੰਦਾ ਪਦਾਰਥਵਾਦੀ ਹੈ। ਗੁਰੂ ਸਾਹਿਬ ਕਹਿੰਦੇ ਉਹਨਾਂ ਕੋਲ ਸਾਰੇ ਪਦਾਰਥ ਨੇ, ਸੋਨਾ ਚਾਂਦੀ ਹੀਰੇ ਮੋਤੀ ਉਹਨਾਂ ਕੋਲ ਗਹਿਣਿਆਂ ਦੇ ਰੂਪ ਚ ਪਏ ਆ, ਸੋਹਣਾ ਮਕਾਨ ਉਹਨਾਂ ਕੋਲੇ ਹੈ, ਸੋਹਣੇ ਕੱਪੜੇ ਉਹਨਾਂ ਕੋਲੇ ਨੇ, ਚੰਗਾ ਭੋਜਨ ਉਹਨਾਂ ਕੋਲੇ ਹੈ। ਜਦੋਂ ਸਭ ਕੁਝ ਹੈ ਫਿਰ ਗਮ ਕਿਸ ਗੱਲ ਦਾ ਕਰਦੇ ਨੇ? ਭਗਣੀ ਕਹਿ ਤੂੰ ਪ੍ਰਿਆ ਦੀਨਨ ਕਿਉ, ਸਭ ਦੀਨ ਪਦਾਰਥ ਹੀ ਨਨ ਕੋ। ਤੇ ਉਸ ਵੇਲੇ ਭੈਣ ਨਾਨਕੀ ਹੱਥ ਜੋੜ ਕੇ ਆਖਣ ਲੱਗੀ, ਸੱਚੇ ਪਾਤਸ਼ਾਹ ਬਿਲਕੁਲ ਸੱਚ ਹੈ, ਤੁਹਾਡੇ ਤੋਂ ਇਲਾਵਾ ਉਹਨਾਂ ਕੋਲ ਦੁਨੀਆ ਦੇ ਸਾਰੇ ਪਦਾਰਥ ਨੇ। ਆਖੋ ਸਤਿਨਾਮ। ਦੇਖੋ ਕਿੱਡੀ ਗਹਿਰੀ ਗੱਲ ਕਰ ਗਈ ਉਹ। ਤੁਹਾਡੇ ਤੋਂ ਇਲਾਵਾ, ਤੁਹਾਡੇ ਤੋਂ ਬਿਨਾ ਸਭ ਕੁਝ ਹੈ, ਬਸ ਉਹਨਾਂ ਕੋਲ ਇੱਕ ਤੁਸੀਂ ਨਹੀਂ। ਤੇ ਸੋਚੀਏ ਅੱਜ ਰੱਬ ਤੋਂ ਬਿਨਾ ਸਾਡੇ ਕੋਲ ਸਾਰਾ ਕੁਝ ਹੈ, ਸਭ ਕੁਝ ਹੈ ਸਾਡੇ ਕੋਲ। ਮਾਫ ਕਰਿਓ, ਸਾਡੇ ਅੱਲੇ ਪੱਲੇ ਰੱਬ ਨਹੀਂ ਹੈ। ਆਖੋ ਸਤਿਨਾਮ। ਕੋਸ਼ਿਸ਼ ਕਰਦੇ ਆ ਰੱਬ ਵਾਲੇ ਹੋਣ ਦੀ, ਪਰ ਹੋਏ ਨਹੀਂ। ਅੱਜ ਤੇ ਇਨਸਾਨ ਨਹੀਂ ਬਣੇ ਅਸੀਂ, ਮਨੁੱਖ ਨਹੀਂ ਬਣੇ ਅਸੀਂ। ਜਿੱਦਣ ਇਨਸਾਨ ਬਣ ਗਏ, ਇਨਸਾਨੀਅਤ ਤੋਂ ਬਾਅਦ ਕਿਤੇ ਧਰਮ ਦੀ ਗੱਲ ਸ਼ੁਰੂ ਹੋ ਗਈ ਹੈ। ਅਸੀਂ ਤੇ ਸ਼ੈਤਾਨ ਬਣ ਕੇ ਧਰਮ ਦੀਆਂ ਗੱਲਾਂ ਕਰਦੇ ਹਾਂ। ਅਸੀਂ ਤੇ ਪਾਪੀਆਂ, ਕ੍ਰੋਧੀਆਂ, ਲੋਭੀਆਂ, ਲਾਲਚੀਆਂ, ਦੁਨੀਆ ਭਰ ਦੇ ਵਿਕਾਰ ਸਾਡੇ ਵਿੱਚ ਨੇ, ਪਰ ਫਿਰ ਵੀ ਟੈਗ ਲੱਗਾ ਵੀ ਮੇਰੇ ਜਿੱਡਾ ਧਰਮੀ ਕੋਈ ਨਹੀਂ। ਕਿਤੇ ਨਾ ਕਿਤੇ ਭੰਨ ਜਾਣਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਕਹਿ ਦਿੱਤਾ, ਸਤਿਗੁਰੂ ਤੁਸੀਂ ਉਹਨਾਂ ਕੋਲੇ ਨਹੀਂ, ਮਤਲਬ ਰੱਬ ਨਹੀਂ ਹੈ ਉਹਨਾਂ ਕੋਲੇ, ਪਦਾਰਥ ਸਾਰੇ ਨੇ। ਹੁਣ ਦੱਸੋ ਜੀ ਰੱਬ ਤੋਂ ਬਿਨਾ ਪਦਾਰਥ ਕਿਹੜੇ ਕੰਮ ਨੇ? ਰੱਬ ਦੇ ਪਿਆਰਿਆਂ ਨੂੰ ਸਿਰਫ ਨਿਰੰਕਾਰ ਚਾਹੀਦਾ, ਪਰਮੇਸ਼ਰ ਚਾਹੀਦਾ। ਉਹ ਕਹਿੰਦੇ ਮੈਂ ਦੁਨੀਆ ਦੇ ਪਦਾਰਥਾਂ ਤੋਂ ਕੀ ਲੈਣਾ, ਰੱਬਾ ਮੈਨੂੰ ਨਹੀਂ ਚਾਹੀਦੇ, ਇਹ ਮੈਨੂੰ ਭਾਉਂਦੇ ਹੀ ਨਹੀਂ। ਉਹ ਕੀ ਕਹਿੰਦੇ ਆ, ਜਿਤ ਪਹਿਦੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਕਹਿੰਦੇ ਇਹੋ ਜਿਹੇ ਕੱਪੜਿਆਂ ਦਾ ਮੈਂ ਕੀ ਕਰਨਾ ਜਿਹਨੂੰ ਪਾ ਕੇ ਵਿਕਾਰ ਚੱਲਦੇ, ਇਹੋ ਜਿਹੇ ਭੋਜਨ ਦਾ ਕੀ ਕਰਨਾ ਹੈ ਜਿਹਨੂੰ ਸ਼ੱਕੀਆਂ ਤੋਂ ਮਨ ਵਿਕਾਰ ਉਤਪੰਨ ਕਰਦਾ ਹੋਵੇ, ਵੈਰ ਵਿਰੋਧ ਰਚਦਾ ਹੋਵੇ। ਤੇ ਰੱਬ ਦੇ ਪਿਆਰਿਆਂ ਨੂੰ ਸਿਰਫ ਰੱਬ ਚਾਹੀਦਾ, ਕੁਛ ਨਹੀਂ ਚਾਹੀਦਾ। ਭੈਣ ਨਾਨਕੀ ਇਸ ਸੰਦਰਭ ਚੋਂ ਬੋਲੇ ਆ, ਉਹਨਾਂ ਤੇ ਕਿਰਪਾ ਕਰੋ ਆਤਮਿਕ ਅਵਸਥਾ ਕਰਕੇ।
ਦੁਨਿਆਵੀ ਤੌਰ ਤੇ ਉਹਨਾਂ ਕੋਲ ਸਭ ਕੁਝ ਹੈ। ਸਭ ਤੇ ਬਦ ਆਦਰ ਹੈ ਮੁਖ ਕੋ, ਯਹ ਕੋ ਪਤ ਬੈਨ ਕਹੈ ਸੁਖ ਕੋ। ਸਤਿਗੁਰੂ ਜੀ ਉਹ ਚਾਹੁੰਦੇ ਨੇ ਤੁਹਾਡੇ ਅੰਮ੍ਰਿਤਮਈ ਬੋਲ ਸੁਣਨੇ। ਕਿਤੇ ਨਾ ਕਿਤੇ ਉਹ ਵੀ ਆਸਥਾ ਰੱਖਦੇ ਸੀ, ਸ਼ਰਧਾ ਰੱਖਦੇ ਸੀ। ਸੁਣਿਆ ਸੀ ਪਤੀ ਮੇਰਾ ਰੱਬ ਵਰਗਾ ਹੈ, ਪਰ ਰੱਬ ਵਾਲਾ ਰੂਪ ਵੇਖਿਆ ਤੇ ਕਦੇ ਨਹੀਂ। ਵੇਖਣ ਤੇ ਤਾਂ ਨੇ ਘਰੇ ਬੈਠਣ, ਕਦੇ ਬੋਲਣ ਕੁਛ। ਜਿਸ ਦਿਨ ਦਾ ਵਿਆਹ ਹੋਇਆ ਮਰਦ ਨੇ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਡਾ ਨਾਂ ਕੀ ਹੈ। ਐਡਾ ਵੱਡਾ ਜਪ ਸਤ, ਐਡਾ ਵੱਡਾ ਤਿਆਗ ਹੈ। ਤੇ ਭੈਣ ਜੀ ਮਿਹਨਤ ਕਰਦੇ ਆ, ਤਰਲਾ ਕਰਦੇ ਆ, ਸੱਚੇ ਪਾਤਸ਼ਾਹ ਉਹਨਾਂ ਨੂੰ ਤੁਹਾਡੇ ਪ੍ਰੇਮ ਦੇ ਵਚਨ ਚਾਹੀਦੇ ਆ, ਪ੍ਰੇਮ ਦੇ ਬੋਲ ਚਾਹੀਦੇ ਆ। ਪਦਾਰਥਾਂ ਦਾ ਕੀ ਹੈ? ਪਦਾਰਥ ਤੇ ਮਾੜੇ ਲੋਕਾਂ ਕੋਲ ਬੜੇ ਹੁੰਦੇ ਆ। ਬੜੇ ਲੋਕ ਬੇਇੱਜ਼ਤ ਨੇ, ਹਿਟਲਰ ਵਰਗੇ ਸੰਸਾਰ ਉੱਤੇ, ਔਰੰਗਜ਼ੇਬ ਵਰਗੇ। ਮਾਇਆ ਦੀ ਕਮੀ ਸੀ, ਪਦਾਰਥਾਂ ਦੀ ਕਮੀ ਸੀ। ਨਾ ਜਿਉਂਦੇ ਜੀ ਪਿਆਰ ਮਿਲਿਆ ਤੇ ਨਾ ਮਰਿਆਂ ਤੋਂ ਮਿਲਿਆ। ਕੀ ਕਰਨੀ ਇਹੋ ਜਿਹੀ ਜ਼ਿੰਦਗੀ ਪਦਾਰਥਵਾਦੀ ਜਿਹਦੇ ਵਿੱਚ ਜਿਉਂਦਿਆਂ ਵੀ ਪਿੱਠ ਪਿੱਛੋਂ ਇੱਜ਼ਤ ਨਾ ਹੋਵੇ। ਆਖੋ ਸਤਿਨਾਮ ਸਤਿਕਾਰ ਨਾ ਹੋਵੇ। ਮਰਦ ਕਹਿੰਦੇ ਆ ਨਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਜੇ ਦਰਗਾਹ ਵਿੱਚ ਬਹਿਣ ਨੂੰ ਥਾਂ ਪਾਉਣੀ ਹੈ ਤੇ ਦੁਨੀਆ 'ਚ ਸੇਵਾ ਕਰਿਆ। ਸੇਵਾ ਕਈ ਪ੍ਰਕਾਰ ਦੀ ਹੈ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਬਿਰਤੀ ਕਰਕੇ, ਸੁਰਤ ਕਰਕੇ, ਅੱਖਾਂ ਕਰਕੇ, ਕੰਨਾਂ ਕਰਕੇ, ਸਵਾਸਾਂ ਕਰਕੇ। ਕਈ ਤਰ੍ਹਾਂ ਦੀ ਸੇਵਾ 8 ਪ੍ਰਕਾਰ ਦੀ ਹੈ। ਇਹ ਸੇਵਾ ਕਰਿਆ, ਨਿਮਰਤਾ ਰੱਖਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਨੂੰ ਆਹ ਜਿਹੜੀਆਂ ਬੇਨਤੀਆਂ ਹੋ ਰਹੀਆਂ ਨੇ ਨਾ, ਇਹਨਾਂ ਨੂੰ ਦਰਿਆਵੀ ਨਾ ਸਮਝਿਓ। ਜੇ ਦਰਿਆਵੀ ਹੁੰਦੀਆਂ ਤੇ ਫਿਰ ਭੈਣ ਨਾਨਕੀ ਨਾਲ ਬਹਿ ਕੇ ਗੁਰੂ ਸਾਹਿਬ ਇਹ ਨਾ ਕਹਿੰਦੇ ਵੀ ਤੁਸੀਂ ਕਰਤਾਰ ਦੇ ਭਾਵ ਤੋਂ ਉਹਨੂੰ ਜਾਣਦੇ ਹੋ। ਇਹ ਉਸ ਆਗੋਸ਼ ਵਿੱਚ ਬਚਨ ਚੱਲ ਰਹੇ ਆ, ਉਸ ਅਵਸਥਾ ਦੇ ਵਿੱਚ। ਇੱਥੇ ਕੱਲੀਆਂ ਗੱਲਾਂ ਭੈਣ ਜੀ ਇਹ ਨਹੀਂ ਕਰਦੇ ਵੀ ਆਪਣੀ ਪਤਨੀ ਦਾ ਸਾਥ ਦਿਓ। ਉਹ ਕਹਿੰਦੇ ਮਾਲਕਾ ਜਿਵੇਂ ਸਾਡੇ ਤੇ ਕਿਰਪਾ ਕੀਤੀ, ਜਿਹੜਾ ਨਜ਼ਰੀਆ ਸਾਨੂੰ ਬਖਸ਼ਿਆ ਉਹਨਾਂ ਨੂੰ ਵੀ ਬਖਸ਼ ਦਿਓ। ਆਖੋ ਸਤਿਨਾਮ। ਪਛਾਣ ਲੈਣ ਤੁਹਾਨੂੰ ਅਜੇ ਤੱਕ ਪਹਿਚਾਨ ਨਹੀਂ ਸਕੇ। ਦੋਹਰ ਕੰਤ ਨ ਬੋਲਤ ਤੀਆਂ ਸੋ, ਅਵਰ ਪਦਾਰਥ ਪਾਸ। ਰੰਚਕ ਸੁਖ ਨਹਿ ਦੇ ਸਰਬ, ਬਿਨ ਤੰਦੁਲ ਦੁਖ ਰਾਸ। ਸਤਿਗੁਰੂ ਜੀ ਆਪਣੇ ਸੱਜਣ ਪਿਆਰੇ ਤੋਂ ਬਗੈਰ ਜ਼ਿੰਦਗੀ ਐਸੀ ਹੈ ਜਿਵੇਂ ਤੰਦਲ ਨਾਮ ਚਾਵਲ ਦਾ, ਤੁਖ ਨਾਮ ਛਿਲਕੇ ਦਾ। ਜਿਵੇਂ ਛਿਲਕੇ ਤੋਂ ਬਗੈਰ ਚਾਵਲ ਸੇਫ ਨਹੀਂ ਹੁੰਦਾ, ਤੇ ਜੇ ਚਾਵਲ ਤੋਂ ਛਿਲਕਾ ਉਤਰ ਜੇ ਤੇ ਛਿਲਕੇ ਦੀ ਕੋਈ ਇੱਜ਼ਤ ਨਹੀਂ, ਕੋਈ ਕਦਰ ਨਹੀਂ। ਕਹਿੰਦੇ ਸੱਜਣ ਪਿਆਰਾ ਜੀਵਨ ਵਿੱਚ ਬੋਲੇ ਨਾ, ਬੁਲਾਵੇ ਨਾ। ਦੁਨੀਆ ਦੇ ਪਦਾਰਥ ਵੀ ਭੱਠ ਖਾਣ ਨੂੰ ਪੈਂਦੇ। ਆਖੋ ਸਤਿਨਾਮ। ਚੰਗੇ ਨਹੀਂ ਲੱਗਦੇ। ਸੈਂਕੜੇ ਪ੍ਰਵਾਨ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਅੰਕਿਤ ਕੀਤੇ ਹੋਏ ਆ। ਕਹਿੰਦੇ ਉਹ ਕੰਤ ਪਤੀ ਪਰਮਾਤਮਾ ਪਿਆਰਾ ਜੇ ਸੇਜਾ ਤੇ ਨਹੀਂ ਆਇਆ, ਸਰਬ ਸ਼ਿੰਗਾਰ ਅਬੋਲ ਰਸ ਸਣ ਦੇਹੀ ਸਭ ਖਾਮ। ਕਹਿੰਦੇ ਸਾਰਾ ਕੁਝ ਬਰਬਾਦ ਹੈ, ਬੇਕਾਰ ਹੈ। ਜੇ ਉਹ ਸੱਜਣ ਪਰਮੇਸ਼ਰ ਸੇਜਾ ਤੇ ਨਹੀਂ ਹੁੰਦਾ, ਉਹ ਸੱਜਣ ਪਿਆਰਾ ਬੁਲਾਉਂਦਾ ਹੀ ਨਹੀਂ। ਦੁਨੀਆ ਦੇ ਸੁੱਖ ਵੀ ਕੰਡਿਆਂ ਦੇ ਵਾਂਗ ਚੁਭਦੇ ਹਨ। ਓਟਕ ਛੰਦ ਮਨ ਮਾਹੀ ਸੁਸਾ ਤੁਮਰੇ ਸੋ ਕਰੋ। ਨਿਤ ਆਇਸ ਮੈਂ ਔਰ ਮਾਹੀ ਤਰੋ। ਫਿਰ ਗੁਰੂ ਸਾਹਿਬ ਨੇ ਹੱਥ ਜੋੜ ਕੇ ਆਖਿਆ ਭੈਣ ਜੀ ਤੁਸੀਂ ਜੋ ਕਿਹਾ ਨਾ ਇਹ ਕਦੇ ਹੋ ਨਹੀਂ ਸੀ ਸਕਦਾ। ਰੱਬ ਦੇ ਵਚਨ ਨੇ, ਇਹ ਨਹੀਂ ਸੀ ਕਰ ਸਕਦੇ ਅਸੀਂ, ਪਰ ਤੁਹਾਡੇ ਵਚਨ ਨੇ ਅਸੀਂ ਕਦੇ ਮੋੜ ਵੀ ਸਕਦੇ ਨਹੀਂ। ਆਖੋ ਸਤਿਨਾਮ। ਵਾਦਾ ਸੀ ਵੀ ਜੋ ਤੁਸੀਂ ਕਹਿ ਦੋਗੇ ਸਤ ਵਚਨ ਹੈ। ਰੱਬ ਆਪਣੇ ਪਿਆਰਿਆਂ ਪਿੱਛੇ ਉਹ ਕੰਮ ਵੀ ਕਰਦਾ ਹੈ ਜੋ ਕਦੇ ਨਹੀਂ ਕਰਨੇ ਚਾਹੀਦੇ। ਭਗਤ ਕਬੀਰ ਜੀ ਦੀ ਬਾਣੀ ਪੜ੍ਹ ਲਓ। ਮ੍ਰਿਗਸ਼ਾਲਾ ਪਰ ਬੈਠੇ ਕਬੀਰ ਬਚਨ ਆਉਂਦੇ ਉਹਨਾਂ ਦੇ। ਕਹਿੰਦੇ ਜਦੋਂ ਹਾਥੀ ਦੇ ਪੈਰਾਂ ਥੱਲੇ ਦਬਣਾ ਚਾਹਿਆ, ਸੰਗਲ ਬੰਨ੍ਹ ਕੇ ਪਾਣੀ 'ਚ ਡੁਬਾਉਣਾ ਚਾਹਿਆ, ਕਹਿੰਦੇ ਸੀ ਕਿੱਥੇ ਆ ਤੇਰਾ ਰੱਬ, ਬੁਲਾਇਓ ਉਹਨੂੰ। ਤੇ ਫਿਰ ਉਹਨੂੰ ਆਉਣਾ ਪਿਆ। ਭਗਤ ਪ੍ਰਹਿਲਾਦ ਨੂੰ ਪੁੱਛਦਾ ਸੀ ਪਿਓ ਹਰਨਾਕਸ਼ ਕਿ ਤੇਰਾ ਰੱਬ ਇਸ ਅੱਗ ਵਿੱਚ ਹੈ, ਇਸ ਥੰਮ ਵਿੱਚ ਹੈ? ਉਹ ਕਹਿੰਦੇ ਹਾਂ ਹੈ। ਉਹਨੂੰ ਉੱਥੇ ਵੀ ਆਉਣਾ ਪਿਆ। ਆਪਣੀ ਪ੍ਰਤਿਗਿਆ ਆਪਣੇ ਪਿਆਰਿਆਂ ਲਈ ਪਰਮੇਸ਼ਰ ਨੇ ਸਦਾ ਤੋੜੀ ਹੈ। ਫਿਰ ਤਾਂਤ ਅਬੈ ਏ ਜਾਣ ਦਿਜੈ, ਕਛ ਬਾਤ ਬਖਾਨਨ ਆਣ ਕਿਜੈ। ਗੁਰੂ ਸਾਹਿਬ ਆਖਣ ਲੱਗੇ ਭੈਣ ਜੀ ਸਤ ਬਚਨ, ਸਤ ਬਚਨ, ਸਤ ਬਚਨ।
ਤੁਹਾਡਾ ਕਿਹਾ ਸਿਰ ਮੱਥੇ ਪ੍ਰਵਾਨ, ਅੱਜ ਤੋਂ ਸਾਡੇ ਸਹੁਰੇ ਪਰਿਵਾਰ ਦਾ ਉਲਾਂਭਾ ਤੁਹਾਡੇ ਵਿਹੜੇ ਨਹੀਂ ਆਊਗਾ। ਆਖੋ ਸਤਿਨਾਮ। ਉਹ ਕ੍ਰਿਸਤ ਧਰਮ ਚ ਰਹਿਣਾ ਨਹੀਂ ਸੀ ਚਾਹੁੰਦੇ, ਖਚਤ ਨਹੀਂ ਸੀ ਹੋਣਾ ਚਾਹੁੰਦੇ, ਮੋਹ ਮਾਇਆ ਤੋਂ ਦੂਰ ਸਨ, ਪਰ ਭੈਣ ਭਗਤ ਪਿਆਰੇ ਦੇ ਬਚਨਾਂ ਨੇ ਝੁਕਾ ਦਿੱਤਾ। ਗੁਰੂ ਸਾਹਿਬ ਕਹਿੰਦੇ ਸਤ ਬਚਨ ਸਾਡੇ ਤੋਂ ਬਰਦਾਸ਼ਤ ਨਹੀਂ ਹੋਊ ਜੇ ਤੁਹਾਨੂੰ ਆ ਕੇ ਕੁਝ ਬੋਲਣਗੇ। ਰੱਬ ਆਪਣਾ ਨਰਾਦਰ ਝੱਲ ਸਕਦਾ ਹੈ, ਆਪਣੇ ਪਿਆਰਿਆਂ ਦਾ ਨਹੀਂ। ਇਹ ਤਾਂ ਸੁਭਾਵਿਕ ਗੱਲ ਹੈ। ਤੁਸੀਂ ਕਿਸੇ ਵਿਅਕਤੀ ਨੂੰ ਪਿਆਰ ਕਰਦੇ ਹੋ, ਪੁੱਤ ਪੋਤਾ ਕਿਉਂ ਨਾ ਹੋਵੇ, ਮਿੱਤਰ ਦੋਸਤ ਕਿਉਂ ਨਾ ਹੋਵੇ, ਸਾਡੇ ਸੱਜਣ ਨੂੰ ਕੋਈ ਮਾੜਾ ਆਖੇ ਬੰਦਾ ਹੀ ਚੰਗਾ ਨਹੀਂ ਲੱਗਦਾ, ਉਹ ਪਿਆਰਾ ਹੀ ਨਹੀਂ ਲੱਗਦਾ। ਪਰ ਜੇ ਉਹਦੀ ਕੋਈ ਤਾਰੀਫ ਕਰੇ ਉਹ ਚੰਗਾ ਲੱਗਦਾ ਹੈ। ਇਹ ਇੱਕ ਦਰਿਆਵੀ ਵਿਅਕਤੀ ਹੈ ਨਾ। ਤੇ ਜਦੋਂ ਰੱਬ ਦੀ ਕੋਈ ਗੱਲ ਕਰਦਾ ਹੈ, ਰੱਬ ਦੇ ਪਿਆਰਿਆਂ ਨੂੰ ਕੋਈ ਦੁੱਖ ਦਿੰਦਾ ਹੈ, ਤੇ ਉਹ ਰੱਬ ਨੂੰ ਨਹੀਂ ਪਸੰਦ। ਰੋਜ਼ ਪੜ੍ਹਦੇ ਆ ਹਰ ਜੁਗ ਜੁਗ ਭਗਤੀ ਉਪਾਇਆ, ਪੈਗ ਰੱਖਦਾ ਆਇਆ ਰਾਮ ਰਾਜੇ, ਹਰ ਨਾਥ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਤੇ ਨਾਮ ਦਿਓ ਮੁਖ ਲਾਇਆ। ਕਿਉਂ ਮੁਖ ਲਾਇਆ ਸੀ? ਪਿਆਰਾ ਸੀ, ਸੱਜਣ ਸੀ ਭਗਤ ਨਾਮਦੇਵ। ਅੱਜ ਜਦੋਂ ਇਹ ਬਚਨ ਕਹਿ ਦਿੱਤੇ ਸਤਿਗੁਰਾਂ ਨੇ, ਸਤ ਬਚਨ ਕਹਿ ਕੇ ਸਿਰ ਨਿਵਾ ਦਿੱਤਾ ਏ। ਸੁਨ ਸੋਦਰ ਲਾਲ ਸਰੈਣ ਦਿਨਾ, ਤੁਮ ਤਾਤ ਪਿਖੋਂ ਤੂੰ ਆਨੰਦ ਕਣਾ। ਸਤਿਗੁਰ ਕਹਿੰਦੇ ਭੈਣ ਜੀ ਮੰਗ ਲਓ ਕੁਛ, ਅੱਜ ਜੋ ਮੰਗੋਗੇ ਸੋ ਦੇਵਾਂਗੇ। ਤੇ ਮੰਗਣਾ ਆਪਾਂ ਵੀ ਸਿੱਖਾਂਗੇ। ਅਸੀਂ ਮੰਗਦੇ ਹਾਂ ਆਪਣੇ ਲਈ, ਮੈਨੂੰ ਮੇਰਿਆਂ ਲਈ ਦਿਓ, ਤੇ ਅਰਦਾਸ ਰੋਜ਼ ਝੂਠ ਕਰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਝੂਠ ਕਿਉਂ ਹੈ? ਕਿਉਂਕਿ ਸਰਬੱਤ ਦਾ ਭਲਾ ਅਸੀਂ ਦਿਲੋਂ ਮੰਗਿਆ ਹੀ ਕਦੇ ਨਹੀਂ। ਆਖੋ ਸਤਿਨਾਮ। ਸ਼ਬਦਾਂ ਦੇ ਰੂਪ ਚ ਬੋਲਦੇ ਆ, ਪਰ ਜਿੱਦਣ ਕਿਤੇ ਕੋਈ ਗੱਲ ਆ ਜੇ, ਮੰਨ ਲਓ ਕੋਈ ਸਰਕਾਰੀ ਸਕੀਮ ਆ ਗਈ, ਸਾਨੂੰ ਪਤਾ ਹੈ ਵੀ ਸਾਡੇ ਪਰਿਵਾਰ ਤੇ ਗਵਾਂਢੀਆਂ ਚੋਂ ਇੰਨੇ ਬੰਦੇ ਲੈ ਸਕਦੇ, ਮੈਂ ਕਹਣਾ ਯਾਰ ਮੈਨੂੰ ਦਿਓ, ਅਸੀਂ ਨਾ ਕੋਈ ਚੀਜ਼ ਮਿਲਦੀ ਹੈ, ਕਿਤੇ ਫਾਇਦਾ ਹੁੰਦਾ ਹੈ, ਅਸੀਂ ਆਪਣੇ ਬਾਰੇ ਸੋਚਦੇ ਹਾਂ, ਆਪਣਿਆਂ ਬਾਰੇ ਸੋਚਦੇ ਹਾਂ, ਦੂਜੇ ਬਾਰੇ ਕਦੇ ਨਹੀਂ। ਤੇ ਜਿਸ ਦਿਨ ਗੁਰੂ ਦੀ ਕਿਰਪਾ ਹੋਗੀ ਉਸ ਦਿਨ ਫਿਰ ਕੀ ਹੋਣਾ ਹੈ? ਪਹਿਲਾਂ ਦੂਜਿਆਂ ਦਾ ਭਲਾ, ਘਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ, ਫਿਰ ਸਰਬੱਤ ਦਾ ਭਲਾ ਹੋਊਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭੈਣ ਜੀ ਮੰਗੋ, ਤੇ ਭੈਣ ਜੀ ਨੇ ਆਪਣੇ ਲਈ ਕੁਝ ਨਹੀਂ ਮੰਗਿਆ, ਆਪਣੇ ਘਰ ਕੁਝ ਵੀ ਨਹੀਂ ਆ ਉਹਨਾਂ ਦੇ, ਜਿੱਥੇ ਬਚਨ ਚੱਲਦੇ ਆ। ਆਖਣ ਲੱਗੇ ਮਹਾਰਾਜ ਚਾਹੁੰਦੇ ਆ ਤੁਹਾਡੇ ਘਰੇ ਪੁੱਤਰ ਖੇਡਦਾ ਹੋਵੇ। ਆਖੋ ਸਤਿਨਾਮ। ਬੜੀ ਵੱਡੀ ਮੰਗ ਮੰਗੀ। ਜੇ ਉਹ ਕਹਿ ਦਿੰਦੇ ਮਰਦ ਕਿਰਪਾ ਕਰਦੇ ਹੋ ਸਾਡੇ ਘਰੇ ਬੱਚਾ ਖੇਡਦਾ ਹੋਵੇ, ਕਿ ਜੈ ਰਾਮ ਜੀ ਦੇ ਘਰੇ ਪੁੱਤਰ ਨਾ ਹੁੰਦਾ, ਬੱਚਾ ਨਾ ਹੁੰਦਾ, ਪਰ ਅੱਜ ਤੱਕ ਨਹੀਂ ਹੈ। ਉਮਰ ਵੇਖੋ ਭੈਣ ਨਾਨਕੀ ਦੀ ਕਿੱਥੇ ਹੈ, ਮੰਗੇ ਹੀ ਕਦੇ। ਕਹਿੰਦੇ ਮਾਲਕਾ ਤੇਰੀ ਰਜਾ ਚ ਹੈ, ਜੋ ਤੂੰ ਦਿੱਤਾ ਉਹ ਵੀ ਭਲਾ, ਜੋ ਨਹੀਂ ਦਿੱਤਾ ਉਹ ਚ ਸਾਡਾ ਵੀ ਭਲਾ ਹੈ, ਤੂੰ ਚੰਗਾ ਹੀ ਕੀਤਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਅਚਰਜ ਹੋਏ, ਇਹਨਾਂ ਮੰਗ ਕੀ ਲਿਆਏ। ਇਹ ਲਾਲਤ ਹੋਏ ਖੁਸ਼ੀ ਹਮਰੇ, ਅਜ ਜਾਚ ਕਰੇ ਟਿਕ ਮੈਂ ਤੁਮਰੇ। ਪਾਤਸ਼ਾਹ ਮੈਂ ਆਪਣੀ ਭਗਤੀ ਵਿੱਚੋਂ ਮੰਗਿਆ, ਕਿਰਪਾ ਕਰੋ ਤੁਹਾਡੇ ਘਰ ਖੇਡਦਾ ਪੁੱਤਰ ਹੋਵੇ ਤੇ ਮੈਂ ਆਪਣੀ ਗੋਦ 'ਚ ਖੜਾ ਹਾਂ। ਇੱਕ ਭੈਣ ਦੇ ਅਰਮਾਨ ਸਨ, ਉਹ ਕੋਈ ਦੁਨਿਆਵੀ ਪੁੱਤਰ ਨਹੀਂ ਮੰਗ ਰਹੇ, ਦੁਨਿਆਵੀ ਬੱਚਾ ਨਹੀਂ ਜਿਹੜਾ ਸਿਰਫ ਪਦਾਰਥਵਾਦੀ ਹੋਵੇ। ਬੜੀ ਗਹਿਰੀ ਸੋਚ ਹੈ, ਬੜੀ ਗਹਿਰੀ ਭਾਵਨਾ ਹੈ। ਉਹਨਾਂ ਗੁਰੂ ਸਾਹਿਬ ਦੇ ਸਨਮੁਖ ਐਸੀ ਮੰਗ ਰੱਖ ਦਿੱਤੀ ਜਿਸ ਨੂੰ ਉਹ ਰੱਬ ਕਦੇ ਮੋੜ ਹੀ ਨਹੀਂ ਸਕਦਾ, ਕਿਉਂਕਿ ਰੱਬ ਨੇ ਕਿਹਾ, ਉਸ ਪਿਆਰੇ ਪਰਮਾਤਮਾ ਨੇ ਕਿਹਾ ਵੀ ਤੁਹਾਡੇ ਬਚਨਾਂ ਨੂੰ ਕਦੇ ਤੋੜ ਸਕਦੇ ਨਹੀਂ। ਸੋਰਠਾ ਭਾਈ ਮਨੋਰਥਵਾਨ, ਤੂੰ ਭਗਤਨ ਕਰਤਾਰ ਕੀ, ਪੂਰਹਿ ਕਿਰਪਾ ਨਿਧਾਨ, ਭਗਤ ਸਵਸ਼ਲ ਵਡ ਬਿਰਦ ਜੇ। ਬੜੇ ਗਹਿਰੇ ਬਚਨ ਸਤਿਗੁਰਾਂ ਨੇ ਆਖੇ, ਭੈਣ ਨਾਨਕੀਏ ਤੂੰ ਰੱਬ ਦੀ ਭਗਤ ਨਹੀਂ ਹੈ, ਤੂੰ ਉਸ ਕਰਤਾਰ ਕਰਤੇ ਦੀ ਸੇਵਕ ਹੈ, ਤੂੰ ਉਸ ਰੱਬ ਦਾ ਰੂਪ ਹੈ, ਤੇ ਤੇਰੇ ਨਾਲ ਕੀਤਾ ਬਚਨ ਕਦੇ ਮੋੜਿਆ ਜਾ ਨਹੀਂ ਸਕਦਾ। ਜੋ ਅਸੀਂ ਨਹੀਂ ਵੀ ਚਾਹੁੰਦੇ ਸੀ, ਤੁਹਾਡੇ ਬਚਨ ਸਤ ਬਚਨ, ਤੁਸੀਂ ਜੋ ਮੰਗਿਆ ਨਿਰੰਕਾਰ ਰਹੇਗਾ। ਆਖੋ ਸਤਿਨਾਮ। ਸਤ ਕਰਤਾਰ ਰਹੇਗਾ। ਜਦੋਂ ਇਹ ਬਚਨ ਸਤਿਗੁਰਾਂ ਨੇ ਕਹਿ ਦਿੱਤੇ, ਭੈਣ ਨਾਨਕੀ ਜੀ ਦੇ ਨੇਤਰ ਬੰਦ ਸਨ, ਬੰਦ ਅੱਖੀਆਂ ਦੇ ਵਿੱਚੋਂ ਹੰਝੂਆਂ ਦੀ ਧਾਰਾ ਵਗ ਤੁਰੀ। ਟੋਟਕ ਛੰਦ ਅਸ ਭਾਖ ਗਿਰਾ ਸੁਖ ਸਾਗਰ ਜੋ,
ਉਠਿਆ ਆਪਣੇ ਆਏ ਉਜਾਗਰ ਜੋ। ਇੰਨੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭੈਣ ਜੀ ਦੇ ਸੀਸ ਉੱਤੇ ਹੱਥ ਰੱਖ ਕੇ ਰੁਮਾਲ ਆ ਗਏ। ਉਹ ਚਮੜਾ ਲੈ ਬੈਠੇ। ਇੰਨਾ ਪ੍ਰੇਮ ਸੀ, ਪ੍ਰੇਮ ਦੇ ਵਿੱਚ ਵੀਰ ਰੱਬ ਪਿਆਰੇ ਨੂੰ ਭੋਜਨ ਵੀ ਪੁੱਛਣਾ ਭੁੱਲ ਗਏ। ਆਖੋ ਸਤਿਨਾਮ। ਬੜੀ ਵਾਰ ਹੋਇਆ ਰੱਬ ਆਪਣੇ ਭਗਤਾਂ ਦੇ ਘਰ ਆਉਂਦਾ ਹੈ ਤੇ ਉਹਦੇ ਭਗਤ ਦੇ ਧਿਆਨ 'ਚ ਬੈਠੇ ਭੁੱਖਾ ਹੀ ਮੁੜ ਜਾਂਦਾ ਹੈ, ਖਾਲੀ ਮੁੜ ਜਾਂਦਾ ਹੈ। ਉਹ ਉਠਾਉਂਦਾ ਨਹੀਂ। ਪੜ੍ਹ ਕੇ ਵੇਖੋ ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹਿਓ। ਕਿੰਨੀ ਵਾਰ ਉਹ ਭੋਜਨ ਚੱਕਣ ਆਇਆ ਤੇ ਜਦੋਂ ਪਛਾਣ ਲੈਂਦੇ ਸੀ ਵੀ ਮੈਥੋਂ ਦੇਰੀ ਹੋ ਗਈ, ਰੱਬ ਕੁੱਤੇ ਦੇ ਰੂਪ ਵਿੱਚ ਵੀ ਆ ਗਿਆ। ਵੇਖੋ ਨਜ਼ਰੀਆ ਕਿੰਨਾ ਗਹਿਰਾ ਹੈ। ਕਹਿੰਦੇ ਮੱਖਣ ਦੀ ਮਟਕੀ ਚੁੱਕ ਚੁੱਕ ਪਿੱਛੇ ਭੱਜੇ ਫਿਰਦੇ ਆ। ਲੋਕੀ ਕਹਿੰਦੇ ਕਮਲਾ ਹੋ ਗਿਆ। ਕਹਿੰਦੇ ਕਮਲਾ ਨਹੀਂ ਹੋਇਆ। ਮੇਰਾ ਨਿਰੰਕਾਰ ਪਿਆਰਾ ਸੱਜਣ ਆਇਆ ਸੀ ਕਿਤੇ ਸੁੱਕੀ ਰੋਟੀ ਨਾ ਖਾ ਜੇ। ਆਖੋ ਸਤਿਨਾਮ। ਉਹ ਸਾਨੂੰ ਤੇ ਰੱਬ ਦੇ ਪਿਆਰਿਆਂ 'ਚ ਰੱਬ ਨਹੀਂ ਦਿਸਦਾ, ਸਾਨੂੰ ਤੇ ਭਗਤਾਂ 'ਚ ਨਹੀਂ ਦਿਸਦਾ, ਸਾਧੂਆਂ 'ਚ ਨਹੀਂ ਦਿਖਦਾ। ਸਤਸੰਗ ਮੰਦਰ ਮਸਜਿਦ ਗੁਰਦੁਆਰੇ ਜਾਈਏ ਸਾਨੂੰ ਰੱਬ ਉੱਥੇ ਕਿਸੇ ਤੋਂ ਨਹੀਂ ਦਿਸਦਾ। ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਜੀਵ ਜੰਤੂਆਂ 'ਚ ਵੀ ਦੇਖ ਲਿਆ, ਕਿਉਂਕਿ ਉਹਦਾ ਨਹੀਂ ਪਤਾ ਉਹ ਕਦ ਕਦ ਤੁਹਾਡੀ ਪਰਖ ਕਰਨ ਵਾਸਤੇ ਕਿਹੜੇ ਰੂਪ 'ਚ ਆਉਣਾ ਏ। ਭਗਨੀ ਹਰਖੀ ਸਰਸੀ ਔਰ ਮੈਂ ਜੀਵਨ ਨਾਲ ਨਿਧਿਆਨ ਭਰੀ ਘਰ ਮੈਂ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਚੁੱਪ ਚਪੀਤੇ ਮੋਦੀ ਖਾਨੇ ਆ ਗਏ। ਭੈਣ ਜੀ ਦੀ ਭਾਵਨਾ ਸੀ ਮਿਲਣ ਦੀ, ਮਿਲਣ ਆਏ, ਮਿਲ ਕੇ ਚਲੇ ਗਏ। ਉਧਰ ਭੈਣ ਜੀ ਉੱਠੇ, ਨੇਤਰ ਖੋਲੇ, ਵੇਖਿਆ ਸਤਿਗੁਰ ਤੇ ਹੈ ਹੀ ਨਹੀਂ ਇੱਥੇ। ਪਰ ਖੁਸ਼ੀ ਬਹੁਤ ਹੈ ਵੀ ਅੱਜ ਜੋ ਮੰਗਿਆ ਜੋ ਮੰਗਿਆ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ। ਅੱਜ ਦੇ ਨਾਮ ਜੋ ਮੰਗਿਆ ਖੁਸ਼ੀ ਬੜੀ ਸੀ। ਇਸ ਚਾਹ ਦੇ ਵਿੱਚ ਅੱਜ ਭੁੱਖ ਵੀ ਲੱਗਦੀ ਨਹੀਂ। ਕਬ ਸੋਦਰ ਬਾਕ ਨ ਕੂਰ ਪਇਓ ਬਹੁ ਬਾਹਨ ਮੈਂ ਪਤੀ ਆਏ ਲਿਓ। ਆਪਣੇ ਪਤੀ ਜੈ ਰਾਮ ਕੋਲ ਬਹਿ ਕੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਆ। ਕਹਿੰਦੇ ਮੇਰੇ ਭਰਾਤਾਂ ਨੇ ਅੱਜ ਤੱਕ ਜਿੰਨੇ ਬਚਨ ਆਖੇ ਨੇ ਜੁਗੋ ਜੁਗ ਅਟਲ ਨੇ, ਉਹਨਾਂ ਦਾ ਕਦੇ ਕੋਈ ਬਚਨ ਝੂਠ ਨਹੀਂ ਹੋਇਆ। ਜੋ ਕਹਿ ਦਿੱਤਾ ਸਦਾ ਸੱਚ ਹੁੰਦਾ ਏ। ਅੱਜ ਜੋ ਝੋਲੀ ਪਾ ਗਏ ਨਾ ਬਚਨ, ਇਹ ਵੀ ਸੱਚ ਹੋਣਗੇ। ਔਰ ਮੋਰ ਮਨੋਰਥ ਹੋਏ ਰਹੇ ਸਤ ਸੰਗ ਸਦਾ ਸਤ ਬੈਨ ਕਹੇ। ਐਸੀ ਕਿਰਪਾ ਹੋਈ ਕਹਿੰਦੇ ਸਤ ਸੰਗਤ ਦੀ ਪ੍ਰੀਤ ਜਾਗ ਪਈ। ਤੇ ਜੈ ਰਾਮ ਜੀ ਐਡੇ ਭਾਗਾਂ ਵਾਲੇ ਨੇ, ਉਹ ਆਪਣੀ ਪਤਨੀ ਨਾਨਕੀ ਜੀ ਦੇ ਨਾਲ ਬਹਿ ਕੇ ਸਤ ਸੰਗ ਕਰਦੇ ਆ, ਬੰਦਗੀ ਕਰਦੇ ਆ, ਇਬਾਦਤ ਕਰਦੇ ਆ, ਹਰ ਵੇਲੇ ਪ੍ਰੇਮਾ ਭਗਤੀ 'ਚ ਭਿੱਜੇ ਰਹਿੰਦੇ ਆ। ਜਾਂਦੇ ਜਾਂਦੇ ਸਤਿਗੁਰ ਐਸੀ ਨਜ਼ਰ ਕਰ ਗਏ। ਆਖੋ ਸਤਿਨਾਮ। ਬੇੜਾ ਪਾਰ ਨਾ ਜਾਂਦੇ ਜਾਂਦੇ ਜੀਜਾ ਜੀ ਨੂੰ ਅਵਸਥਾ ਬਖਸ਼ ਗਏ ਜੋ ਅੱਜ ਤੱਕ ਕਦੇ ਪ੍ਰਾਪਤ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਮੋਦੀ ਖਾਨੇ ਆ ਕੇ ਬਹਿ ਗਏ। ਭੈਣ ਜੀ ਬੜੇ ਪ੍ਰਸੰਨ ਨੇ ਕਿਉਂਕਿ ਜੀਵਨ ਵਿੱਚ ਪਹਿਲੀ ਵਾਰ ਮੰਗਿਆ ਵੀ ਆਪਣੇ ਲਈ ਨਹੀਂ, ਸਿਰਫ ਉਹਨਾਂ ਨੇ ਮੰਗਿਆ ਜਿਸ ਭਰਜਾਈ ਨੇ ਬੜੀ ਵਾਰ ਮਨ ਮੁਟਾਵ ਕੀਤਾ, ਬੜੀ ਵਾਰ ਮੰਦੇ ਚੰਗੇ ਸ਼ਬਦ ਬੋਲੇ। ਤੇ ਮੈਂ ਕਹਿੰਦਾ ਸਾਨੂੰ ਇੱਕ ਬੰਦਾ ਕਦੇ ਗਾਲ ਕੱਢ ਜੇ ਸਾਰੀ ਜ਼ਿੰਦਗੀ ਨਹੀਂ ਭਲਾ ਮੰਗ ਸਕਦੇ। ਜੇ ਸਾਨੂੰ ਪਤਾ ਹੋਵੇ ਨਾ ਵੀ ਆਹ ਕੰਮ ਕਰਕੇ ਉਹਦਾ ਭਲਾ ਹੋ ਸਕਦਾ ਤਾਂ ਫਾਇਦਾ। ਐਡਾ ਪਾਪ ਸਾਡੇ ਅੰਦਰ ਕੋਲ ਹੁੰਦਾ ਸੀ ਨਹੀਂ ਕਰਾ ਸਕਦੇ, ਨਹੀਂ ਕਰਾ ਸਕਦੇ, ਸੱਚ ਹੈ। ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਉਹ ਫਰੀਦਾ ਬੁਰੇ ਦਾ ਭਲਾ ਕਰ। ਕੋਈ ਉਹਨਾਂ ਦਾ ਬੁਰਾ ਵੀ ਕਰੀ ਜਾਂਦਾ ਨਾ, ਉਹ ਰੋਜ਼ ਕਹਿੰਦੇ ਮਹਾਰਾਜ ਦਾ ਭਲਾ ਕਰਦੀ। ਇਹ ਇਸ ਕਰਕੇ ਸਾਡਾ ਬੁਰਾ ਕਰਦਾ, ਜਿਸ ਚੀਜ਼ ਕਰਕੇ ਬੁਰਾ ਕਰਦਾ ਇਹਨੂੰ ਉਹ ਚੀਜ਼ ਦੇ ਦੇ ਰੱਬਾ ਮੇਰਿਆ। ਇਹ ਨਾ ਭੁੱਖਾ ਰਹੇ, ਇਹ ਨਾ ਦੁਖੀ ਰਹੇ, ਇਹਨੂੰ ਖੁਸ਼ ਰੱਖ। ਕਿਉਂਕਿ ਜਦੋਂ ਸਾਡੇ ਦੁਸ਼ਮਣ ਸਾਡਾ ਵਿਰੋਧ ਕਰਨ ਵਾਲੇ ਖੁਸ਼ ਹੋ ਜਾਣਗੇ ਤੇ ਸੱਚ ਜਾਣੀ ਰੱਬ ਤੇਰੇ ਤੇ ਕਿੰਨਾ ਖੁਸ਼ ਹੋਏਗਾ। ਫਿਲਹਾਲ ਸਾਡੀ ਵਰਤੀ ਇਹ ਹੈ ਵੀ ਰੱਜੇ ਨੂੰ ਰਜਾਈਏ, ਹੱਸਦੇ ਨੂੰ ਹਸਾਈਏ, ਰੋਂਦੇ ਨੂੰ ਹੋਰ ਰਵਾਓ, ਦੁਖੀ ਨੂੰ ਹੋਰ ਦੁਖੀ ਕਰੋ। ਜਿਹੜਾ ਸਾਡਾ ਕਰੇ ਅਸੀਂ ਉਹਦਾ ਕਰੀਏ, ਦਰਿਆਵੀ ਵਰਤੀ ਜਾਂਦਾ। ਪਰ ਭੈਣ ਨਾਨਕੀ ਜੀ ਨੇ ਆਪਣੀ ਭਰਜਾਈ ਜੀ ਦੇ ਕੋਲ ਪੁੱਤਰ ਹੋ ਗਏ, ਉਹਨਾਂ ਦੇ ਘਰ ਖੁਸ਼ੀਆਂ ਹੋਣ। ਇਹ ਵੀ ਕਹਿ ਸਕਦੇ ਸੀ ਮਰਦ ਸਾਡੇ ਘਰ ਦੇ ਤੱਕ ਬੱਚਾ ਕਿਤੇ ਸਾਡੇ ਤੇ ਵੀ ਕਿਰਪਾ ਕਰ ਦਿਓ, ਸਾਨੂੰ ਵੀ ਕੋਈ ਬਚਨ ਆਖ ਦਿਓ। ਨਹੀਂ ਮੰਗਿਆ ਕਿਉਂਕਿ ਪਰਾਏ ਦਾ ਭਲਾ ਮੰਗਦੇ ਆ, ਦੂਜਿਆਂ ਦਾ ਭਲਾ ਮੰਗਦੇ ਆ। ਸੋ ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਰੂਟੀਨ ਵਿੱਚ ਇਹ ਚੋਜ ਅੱਗੇ ਅੱਗੇ ਚੱਲਦੇ ਜਾਣਗੇ। ਬੇਅੰਤ ਖੇਡਾਂ ਮਹਾਰਾਜ ਵਰਤਾਉਣਗੇ ਹੁਣ ਅਲੱਗ ਅਲੱਗ ਜੋਜ, ਜਿਨ੍ਹਾਂ ਨੂੰ ਸੁਣ ਕੇ ਜੀਵਨ ਨਦਰੋ ਨਦਰ ਨਿਹਾਲ ਹੁੰਦਾ ਜਾਣਾ। ਵਾਹਿਗੁਰੂ 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 ਵਾਹਿਗੁਰੂ।